तिस अंतर रवे हर नाम बाणी गुरु गुरु है बाणी विच बाणी अमृत सारे गुरबाणी कहे सेवक जन मान पर तख गुरु निस्तारे बाणी बिरलो विचार सी जे को गुरमुख होए एह बाणी महापुरख की निज कर वासा होए गौड़ी महला पंजवां तांका दर्श पाइए वड भागी जाकी राम नाम लेव लागी जाके हर वसिया मन माही ताका दुख सुपन भी नाही रहाऊ सर्ब निदान राखे जन माहिम तांके संग किल विख दुख जाहे जन की महिमा कथी न जाए पार भरम जन्म रहिया समाए कर कृपा प्रभ बिनु सुनी जय दास की तूर नानक का दीजै कर कृपा प्रभ बिनु सुनी जय दास की तूर नानक का दीजै वाहिगुरु जी का खालसा वाहिगुरु जी की फतेह। ये पावन शब्द गौड़ी राग अंदर पंजवें पातशाह
ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ 193 ਅੰਗ ਤੇ ਦਰਜ ਹੈ। ਇਸ ਸ਼ਬਦ ਦੀ ਵਿਚਾਰ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਜਥੇਦਾਰ ਸਾਹਿਬ ਜੀ ਦਾ ਧੰਨਵਾਦ। ਅੰਮ੍ਰਿਤ ਦਾ ਬਾਟਾ ਹਰ ਐਤਵਾਰ 11 ਵਜੇ ਤਿਆਰ ਹੁੰਦਾ ਹੈ। ਕੇਸੀ ਇਸ਼ਨਾਨ ਕਰਕੇ ਪਹੁੰਚੋ, ਗੁਰੂ ਵਾਲੇ ਬਣੋ। ਇਸ ਮਹੀਨੇ ਦੀ ਸੰਗਰਾਂਦ 17 ਤਰੀਕ ਨੂੰ ਹੈ। ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਿੱਤਰ ਪਾਵਨ ਪ੍ਰਕਾਸ਼ ਗੁਰਪੁਰਬ 30 ਤਰੀਕ ਨੂੰ ਹੈ। 29 ਤਰੀਕ ਸ਼ਾਮ ਨੂੰ ਇਸ ਸਥਾਨ ਤੇ ਵਿਸ਼ੇਸ਼ ਤੌਰ ਤੇ ਗੁਰਪੁਰਬ ਮਨਾਇਆ ਜਾਵੇਗਾ। ਇੰਟਰਨੈਸ਼ਨਲ ਪੰਜਾਬ ਫੋਰਮ ਦੇ ਵੱਲੋਂ ਦੀਵਾਲੀ ਬੰਦੀ ਛੋੜ ਦਿਵਸ 12 ਨਵੰਬਰ ਨੂੰ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 27 ਨਵੰਬਰ ਨੂੰ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਕਰ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਸੋ ਵੇਲਾ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧੰਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲਛਾਰਾ। ਧੰਨ ਸੋ ਦਿਨ ਸੋ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰਾ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵਿਲਾਲੋ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਇ। ਜੁਗ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਉੱਪਰ ਸੁਭਾਇਮਾਨ 10 ਪਾਤਸ਼ਾਹੀਆਂ ਦੀ ਆਤਮਿਕ ਜੋਤ, ਸਰਵ ਮਨੁੱਖਤਾ ਦੇ ਸਾਂਝੇ ਰਹਿਬਰ, ਸਰਵ ਮਾਨਵਤਾ ਦੇ ਮਾਰਗ ਦਰਸ਼ਕ, ਸਰਕਾਰੇ ਕੁਲ ਆਲਮ ਹਜੂਰੇ ਅਨਵਰ ਪਾਤਸ਼ਾਹ, ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਵਿੱਚ
ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਜੁੜ ਬੈਠ ਕੇ ਅਤੇ ਲਾਈਵ ਟੈਲੀਕਾਸਟ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਦੇ ਅੰਦਰ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਨਾਲ ਜੁੜ ਬੈਠੀ ਗੁਰੂ ਕਾ ਖਾਸ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਸਰਬੱਤ ਸੰਗਤਾਂ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ, ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਬੜੇ ਅਦਬ ਸਤਿਕਾਰ ਨਾਲ ਸਤਿਗੁਰਾਂ ਨੂੰ ਸੀਸ ਝੁਕਾਓ ਅਤੇ ਸਾਰੀਆਂ ਸੰਗਤਾਂ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸਤਿਗੁਰਾਂ ਦੀ। ਸੁਭਾਗਾ ਸਮਾਂ ਸਤਿਗੁਰਾਂ ਦੇ ਪਾਵਨ ਦਰਬਾਰ ਨਾਲ, ਸਤਿਗੁਰਾਂ ਦੀ ਬਾਣੀ ਨਾਲ, ਗੁਰੂ ਕੇ ਕਥਾ ਕੀਰਤਨ ਦੇ ਨਾਲ ਜੁੜਨ ਦਾ ਸਾਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਪਾਵਨ ਦਰਸ਼ਨ ਦਿਦਾਰੇ ਅੰਮ੍ਰਿਤ ਵੇਲੇ ਤੋਂ ਵਡਭਾਗੀ ਸੰਗਤਾਂ ਪ੍ਰਾਪਤ ਕਰ ਰਹੀਆਂ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦੇ ਨਿਤਨੇਮ ਵਾਹਿਗੁਰੂ ਮੰਤਰ ਦੇ ਜਾਪ ਉਪਰੰਤ ਗੁਰੂ ਕੇ ਹਜ਼ੂਰੀ ਕੀਰਤਨੀਏ ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਆਪ ਜੀ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਸਾ ਕੀ ਵਾਰ ਆਪ ਜੀ ਨੇ ਸਰਵਣ ਕੀਤੀ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਜੋ ਸਤਿਗੁਰਾਂ ਦੀ ਗੁਰਬਾਣੀ ਦੀ ਲੜੀਵਾਰ ਕਥਾ ਵਿਆਖਿਆ ਚੱਲ ਰਹੀ ਹੈ, ਜਿਸ ਪਾਵਨ ਸ਼ਬਦ ਦੀ ਅੱਜ ਵਿਚਾਰ ਨਾਲ ਆਪਾਂ ਜੁੜਨ ਜਾ ਰਹੇ ਹਾਂ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਉਹਨਾਂ ਦੀ ਰਸਨਾ ਤੋਂ ਆਪ ਜੀ ਨੇ ਉਸ ਪਾਵਨ ਸ਼ਬਦ ਦਾ ਜਾਪ ਸਰਵਣ ਕੀਤਾ। ਗੁਰੂ ਪਿਆਰਿਓ, ਵੱਡੇ ਭਾਗ ਹੈ ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀਆਂ ਦਾਤਾਂ, ਇਸ਼ਨਾਨ ਪਾਣ ਦੀਆਂ ਦਾਤਾਂ, ਗੁਰੂ ਕੇ ਦਰਸ਼ਨ ਦਿਦਾਰਿਆਂ ਦੀਆਂ ਦਾਤਾਂ ਪ੍ਰਾਪਤ ਹੋ ਰਹੀਆਂ ਨੇ। ਸਤਿਗੁਰ ਦੇ ਦੁਆਰੇ 'ਤੇ ਆਏ ਹਾਂ, ਸਤਿਗੁਰਾਂ ਨੂੰ ਨਤਮਸਤਕ ਹੋਏ ਹਾਂ, ਸੀਸ ਝੁਕਾਇਆ, ਕਿਉਂਕਿ ਸਤਿਗੁਰੂ ਦੇ ਅੱਗੇ ਸੀਸ ਝੁਕਾਉਣ ਦੇ ਨਾਲ ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੈ ਨਾ ਚਰਨੀ, ਭਾਈ ਗੁਰਦਾਸ ਜੀ ਕਹਿੰਦੇ ਆ। ਜੇ ਗੁਰੂ ਅੱਗੇ ਸਿਰ ਨਹੀਂ ਝੁਕਾਉਂਦੇ ਤਾਂ ਧ੍ਰਿਘਾੜ। ਗੁਰੂ ਅੱਗੇ ਸ਼ਰਧਾ ਨਾਲ ਸਿਰ ਝੁਕਾਉਣਾ, ਗੁਰੂ ਦੇ ਉਪਦੇਸ਼ਾਂ ਨੂੰ ਹਿਰਦੇ 'ਚ ਗ੍ਰਹਿਣ ਕਰਨਾ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਜਿਹਦੇ ਨਾਲ ਜੀਵਨ ਸਫਲਾ ਹੁੰਦਾ, ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਹੁੰਦਾ। ਗੁਰੂ ਕੇ ਪਿਆਰਿਆਂ ਦੀ ਸਤਸੰਗੀਆਂ ਦੀ ਸੰਗਤ ਕਰਨੀ, ਗੁਰਮੁਖਾਂ ਦੀ ਸੰਗਤ, ਜਿਹੜੇ ਗੁਰਮੁਖ ਬਣ ਗਏ, ਜਿਨ੍ਹਾਂ ਨੇ ਮੁੱਖ ਗੁਰੂ ਨੂੰ ਜਾਣਿਆ, ਜਿਨ੍ਹਾਂ ਗੁਰੂ ਵੱਲ ਮੁੱਖ ਕਰ ਲਿਆ, ਗੁਰੂ ਦੇ ਪਿਆਰੇ ਗੁਰਸਿੱਖਾਂ ਦੀ ਸੰਗਤ ਜੋ ਸਾਨੂੰ ਗੁਰੂ ਨਾਲ, ਅਕਾਲ ਪੁਰਖ ਨਾਲ ਜੋੜਦੀ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਧਿਆਇਆ, ਉਸ ਅੱਲਾ ਵਾਹਿਗੁਰੂ ਖੁਦਾ ਦਾ, ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੀ ਸੰਗਤ ਕੇਤੀ ਛੁੱਟੀ ਨਾਲ। ਕਿੰਨੇ ਛੁੱਟ ਜਾਂਦੇ ਆ, ਕਿੰਨਿਆਂ ਦਾ ਭਲਾ ਹੋ ਜਾਂਦਾ, ਪਾਰ ਉਤਾਰਾ ਹੋ ਜਾਂਦਾ। ਗੁਰਸਿੱਖਾਂ ਕੀ ਹਰ ਧੂਰ ਦੇ ਹਮ ਪਾਪੀ ਭੀ ਗਤ ਬਾਹੇ। ਅੱਜ ਦੇ ਪਾਵਨ ਸ਼ਬਦ ਦੇ ਅੰਦਰ ਵੀ ਗੁਰਮੁਖਾਂ ਦੀ, ਗੁਰਸਿੱਖਾਂ ਦੀ ਸੰਗਤ ਦੀ ਮਹੱਤਤਾ ਸਤਿਗੁਰ ਨੇ ਦਰਸਾਈ ਹੈ ਕਿ ਜਿਹੜੇ ਉਸ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਆ, ਉਸ ਵਾਹਿਗੁਰੂ ਦੀ ਸਿਫਤ ਸਲਾਹ ਦੇ ਨਾਲ ਜੁੜ ਗਏ ਆ, ਗੁਰੂ ਕੇ ਪਿਆਰੇ ਬਣ ਗਏ ਆ, ਉਹਨਾਂ ਦੀ ਸੰਗਤ ਜਿਹੜੀ ਹੈ ਉਹ ਵੀ ਸਾਨੂੰ ਤਾਰਦੀ, ਉਹ ਆਪ ਦੇ ਤਰਦੇ ਹੀ ਹੈ। ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਤਾਂ ਮੁਖ ਉਜਲੇ ਹੀ ਹੈ ਦਰਗਾਹ ਦੇ ਅੰਦਰ, ਉਹਨਾਂ ਦਾ ਤਾਂ ਲੋਕ ਸੁਖੀਆ ਪਰਲੋਕ ਸੁਹੇਲਾ ਹੀ ਹੈ। ਪਰ ਜਿਹੜੇ ਉਹਨਾਂ ਦੀ ਸੰਗਤ ਕਰਦੇ ਆ ਕੇਤੀ ਛੁੱਟੀ ਨਾਲ, ਉਹਨਾਂ ਦਾ ਵੀ ਭਲਾ ਹੋ ਜਾਂਦਾ, ਛੁੱਟ ਜਾਂਦੇ ਆ, ਜਮਾਂ ਤੋਂ ਬੰਧਨਾਂ ਤੋਂ ਮੁਕਤ ਹੋ ਜਾਂਦੇ ਆ। ਪਾਵਨ ਸ਼ਬਦ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਆ, ਆਓ ਮਨੋਬਿਰਤੀਆਂ ਨੂੰ ਇਕਾਗਰਚਿਤ ਕਰਕੇ
ਸਤਿਗੁਰਾਂ ਦੇ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ। ਮਨੋਬਿਰਤੀਆਂ ਦੀ ਇਕਾਗਰਤਾ ਲਈ ਸਾਰੀਆਂ ਸੰਗਤਾਂ ਜਿੰਨੇ ਵੀ ਗੁਰਦਰਬਾਰ ਵਿੱਚ ਜੁੜ ਬੈਠੇ ਹੋ ਜਾਂ ਜਿੰਨੇ ਵੀ ਆਪੋ ਆਪਣੇ ਘਰਾਂ ਦੇ ਅੰਦਰ ਲਾਈਵ ਟੈਲੀਕਾਸਟ ਦੇ ਮਾਧਿਅਮ ਰਾਹੀਂ ਗੁਰੂ ਕੇ ਦਰਬਾਰ ਨਾਲ ਜੁੜ ਬੈਠੇ ਹੋ, ਆਓ ਸਾਰੇ ਮਨੋਬਿਰਤੀਆਂ ਦੀ ਇਕਾਗਰਤਾ ਲਈ ਇੱਕ ਵਾਰ ਮਿਲ ਕੇ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਅੱਜ ਦਾ ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 193 ਅੰਗ ਦੇ ਉੱਪਰ ਗੌੜੀ ਰਾਗ ਦੇ ਅੰਦਰ ਸਥਿਤ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਪਾਵਨ ਸ਼ਬਦ ਗੌੜੀ ਰਾਗ ਦੇ ਅੰਦਰ ਬਖਸ਼ਿਆ। ਧੰਨ ਕਹੋ ਗੁਰੂ ਅਰਜਨ ਕੋ ਜਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਣ ਹੀ ਰਾਗਣ ਮੈਂ ਸ਼ਬਦ ਬਣਾਏ ਕੈ ਗ੍ਰੰਥ ਕੀਓ ਹੈ ਸੁਮੇਰ ਸੁਮਾਨਾ। ਰਾਗਾਂ ਦੇ ਅੰਦਰ ਗੁਰਬਾਣੀ ਦਾ ਉਚਾਰਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਰੱਬੀ ਉਪਦੇਸ਼ ਬਖਸ਼ਿਆ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਜੋ ਵਾਹਿਗੁਰੂ ਦੀ ਬਾਣੀ, ਜੋ ਇਲਾਹੀ ਇਲਹਾਮ ਸਤਿਗੁਰਾਂ ਸੰਤਾਂ ਭਗਤਾਂ ਨੂੰ ਹੋਇਆ, ਉਸ ਨੂੰ ਬਾਣੀ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਕੱਤਰ ਕੀਤਾ। ਪੋਥੀ ਸਾਹਿਬ ਦੇ ਰੂਪ ਵਿੱਚ ਪਹਿਲਾਂ ਪੋਥੀ ਪਰਮੇਸ਼ਰ ਕਾ ਥਾਨ। ਤੋ ਆਓ ਸਤਿਗੁਰ ਸੱਚੇ ਪਾਤਸ਼ਾਹ ਜੋ ਅੱਜ ਦਾ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਹੈ, ਰਹਾਉ ਦੀਆਂ ਤੁਕਾਂ ਦੇ ਅੰਦਰ ਜਿਹੜਾ ਕੇਂਦਰੀ ਭਾਵ ਸ਼ਬਦ ਦਾ ਬਖਸ਼ਿਆ ਸਤਿਗੁਰੂ ਉਚਾਰਨ ਕਰ ਰਹੇ, ਜਾ ਕੈ ਹਰ ਵਸਿਆ ਮਨ ਮਾਹੀ, ਤਾ ਕਉ ਦੁਖ ਸੁਪਨੈ ਭੀ ਨਾਹੀ ਰਹਾਉ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਚਾਰਦੇ ਨੇ, ਭਾਈ ਜਿਨ੍ਹਾਂ ਦੇ ਹਿਰਦੇ 'ਚ ਜਿਨ੍ਹਾਂ ਦੇ ਮਨ ਵਿੱਚ ਉਹ ਹਰੀ ਪਰਮਾਤਮਾ ਪਰਮੇਸ਼ਰ ਵਸ ਗਿਆ, ਉਹਨਾਂ ਨੂੰ ਫਿਰ ਦੁੱਖ ਸੁਪਨੇ 'ਚ ਵੀ ਨਹੀਂ ਹੈ। ਉਹਨਾਂ ਦੇ ਸੁਪਨੇ ਵਿੱਚ ਵੀ ਦੁੱਖ ਨਹੀਂ ਰਹਿੰਦਾ, ਸੁਪਨੇ 'ਚੋਂ ਵੀ ਦੁੱਖ ਦੂਰ ਹੋ ਜਾਂਦਾ ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਵਸ ਗਿਆ। ਖਿਆਲ ਕਰਨਾ, ਕਈ ਵਾਰ ਸਾਡੀ ਦੁਨਿਆਵੀ ਬਿਰਤੀ, ਅਸੀਂ ਜਦੋਂ ਨਿਗਾਹ ਮਾਰਦੇ ਹਾਂ ਇਤਿਹਾਸ ਦੇ ਪੰਨਿਆਂ ਵੱਲ, ਤੇ ਅਸੀਂ ਦੇਖਦੇ ਹਾਂ ਕਿ ਇਹ ਤਾਂ ਬੜਾ ਗੁਰਸਿੱਖ ਸੀ, ਇਹਨੂੰ ਤਾਂ ਬੜਾ ਸਰੀਰਕ ਦੁੱਖ ਆਇਆ, ਕਸ਼ਟ ਆਇਆ। ਭਾਈ ਮਨੀ ਸਿੰਘ ਵਰਗਾ ਗੁਰਸਿੱਖ, ਭਾਈ ਤਾਰੂ ਸਿੰਘ ਵਰਗਾ ਗੁਰਸਿੱਖ ਲੱਭਣਾ ਮੁਸ਼ਕਲ ਹੈ। ਖਿਆਲ ਕਰਨਾ, ਜਿਨ੍ਹਾਂ ਬੰਦ ਕਟਾ ਲਿਆ ਪਰ ਮੁਖੋਂ ਸੀ ਨਹੀਂ ਉਚਾਰੀ। ਭਾਈ ਸਤੀ ਦਾਸ ਵਰਗਾ ਗੁਰਸਿੱਖ, ਭਾਈ ਮਤੀ ਦਾਸ ਵਰਗਾ ਗੁਰਸਿੱਖ, ਭਾਈ ਦਿਆਲਾ ਜੀ ਵਰਗਾ ਗੁਰਸਿੱਖ ਜਿਹੜਾ ਉਬਲਦੀ ਦੇਗ 'ਚ ਉਬਲ ਗਿਆ ਪਰ ਮੁਖੋਂ ਸੀ ਨਹੀਂ ਉਚਾਰੀ। ਪਰ ਸਰੀਰਕ ਕਸ਼ਟ ਸਾਡੀ ਦੁਨਿਆਵੀ ਬਿਰਤੀ ਦੇ ਸਾਹਮਣੇ ਹੈ ਕਿ ਉਹਨਾਂ ਨੂੰ ਸਰੀਰਕ ਕਸ਼ਟ ਕਿੰਨਾ ਝੱਲਿਆ, ਕਿੰਨਾ ਦੁੱਖ ਝੱਲਣਾ ਪਿਆ। ਬੰਦ ਕਟਾਉਣਾ, ਖੋਪੜਾ ਲੋਹਾਉਣਾ, ਰੂੰ 'ਚ ਲਪੇਟ ਕੇ ਸਾੜ ਦਿੱਤਾ ਜਾਣਾ, ਉਬਲਦੀ ਦੇਗ 'ਚ ਉਬਾਲ ਦੇਣਾ, ਤੇ ਖਿਆਲ ਕਰਨਾ ਆਰੇ ਨਾਲ ਦੋ ਫਾੜ ਕਰ ਦੇਣਾ। ਦੁਖੀ ਤਾਂ ਹਨ, ਇਹ ਸਾਹਮਣੇ ਪ੍ਰਤੱਖ ਦੁੱਖ ਨੇ, ਪਰ ਖਿਆਲ ਕਰਿਓ ਸਤਿਗੁਰ ਬਚਨ ਕਰ ਰਹੇ ਆ ਕਿ ਜਾ ਕੇ ਹਰ ਵਸਿਆ ਮਨ ਮਾਹੀ, ਤਾ ਕੋ ਦੁੱਖ ਸੁਪਨੇ ਵੀ ਨਾਹੀ। ਉਹਨਾਂ ਨੂੰ ਤੇ ਸੁਪਨੇ ਵਿੱਚ ਵੀ ਦੁੱਖ ਨਹੀਂ ਹੈ, ਪਰ ਇਹ ਸਾਡੇ ਸਾਹਮਣੇ ਦੁੱਖ ਨਜ਼ਰ ਆ ਰਹੇ ਆ ਕਿ ਗੁਰੂ ਨਾਲ ਜੁੜੇ। ਕੀ ਉਹ ਗੁਰੂ ਨਾਲ ਜੁੜੇ ਨਹੀਂ? ਕੀ ਉਹਨਾਂ ਦੇ ਹਿਰਦੇ 'ਚ ਗੁਰੂ ਦਾ ਨਾਮ ਨਹੀਂ, ਪਰਮਾਤਮਾ ਦਾ ਨਾਮ ਨਹੀਂ? ਉਹਨਾਂ ਦੇ ਤੇ ਰੋਮ ਵਿੱਚ ਹੀ ਗੁਰਮੁਖ ਰੋਮ ਹਰ ਧਿਆਵੈ। ਉਹਨਾਂ ਦੇ ਤਾਂ ਰੋਮ ਵਿੱਚ ਵਾਹਿਗੁਰੂ ਦਾ ਨਾਮ, ਪਰਮਾਤਮਾ ਦਾ ਨਾਮ, ਪਰ ਉਹਨਾਂ ਨੂੰ ਇਹ ਦੁੱਖਾਂ 'ਚੋਂ ਲੰਘਣਾ ਪਿਆ। ਇਹ ਦੁੱਖ ਸਾਡੇ ਸਾਹਮਣੇ, ਖਿਆਲ ਕਰਿਓ ਗੁਰਮੁਖ ਪਿਆਰਿਓ, ਇਹ ਦੁੱਖ ਹੀ ਤਾਂ ਹਨ। ਤੇ ਜੋ ਬਾਣੀ ਉਚਾਰਨ ਕਰ ਰਹੇ ਆ ਸਤਿਗੁਰ ਸੱਚੇ ਪਾਤਸ਼ਾਹ, ਉਹ ਖੁਦ ਤਤੀ ਤਵੀ ਤੇ ਬੈਠੇ, ਉਹਨਾਂ ਨੂੰ ਤਤੀ ਤਵੀ ਤੇ ਬਿਠਾਇਆ ਗਿਆ, ਤਤਾ ਰੇਤਾ ਸੀਸ ਵਿੱਚ ਪਾਇਆ ਗਿਆ, ਹੇਠਾਂ ਅੱਗ ਬਾਲੀ ਗਈ ਤਪਦੀ ਲੋ, ਤੇ ਸਰੀਰ ਨੂੰ ਤੇ ਬਹੁਤ ਦੁੱਖ ਲੱਗ ਰਿਹਾ। ਪਰ ਸਤਿਗੁਰੂ ਕਹਿੰਦੇ ਦਾਕੋ ਦੁੱਖ ਸੁਪਨੇ ਵੀ ਨਾਹੀ, ਉਹਨਾਂ ਨੂੰ ਸੁਪਨੇ 'ਚ ਵੀ ਦੁੱਖ। ਖਿਆਲ ਕਰਿਓ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਜੋ ਬਚਨ ਉਚਾਰਨ ਕਰ ਰਹੇ ਹੈ, ਇਹ ਜਿਹੜੇ ਦੁੱਖ ਨੇ ਇਹ ਸਰੀਰਕ ਦੁੱਖ, ਸੰਸਾਰੀ ਦੁੱਖ ਸਾਡੀ ਨਿਗਾਹ 'ਚ, ਇਹ ਸਾਡੀ ਜਿਨ੍ਹਾਂ ਦੀ ਬਿਰਤੀ ਆਤਮਿਕ ਅਵਸਥਾ ਨਹੀਂ ਬਣੀ, ਰੂਹਾਨੀਅਤ ਦੀ ਅਵਸਥਾ ਨਹੀਂ ਹੈ, ਜਿਹੜੇ ਗੁਰੂ ਨਾਲ ਜੁੜੇ ਨਹੀਂ, ਉਹਨਾਂ ਦੀ ਨਿਗਾਹ 'ਚ ਦੁੱਖ ਹੈ। ਇਹ ਸਾਡੀ ਦੁਨਿਆਵੀ ਬਿਰਤੀ ਵਿੱਚ ਦੁੱਖ ਪ੍ਰਤੀਤ ਹੋ ਰਿਹਾ ਕਿ ਖੋਪੜਾ ਲਾਹਿਆ ਜਾ ਰਿਹਾ, ਉਬਲਦੀ ਦੇਗ 'ਚ ਉਬਾਲਿਆ ਜਾ ਰਿਹਾ, ਆਰੇ ਨਾਲ ਚੀਰਿਆ ਜਾ ਰਿਹਾ,
ਬੰਦ ਕਟਿਆ ਜਾ ਰਿਹਾ। ਇਹ ਸਾਡੀ ਦੁਨਿਆਵੀ ਬਿਰਤੀ 'ਚ ਦੁੱਖ, ਦੁਨਿਆਵੀ ਦੁੱਖ ਸਾਨੂੰ ਫਿਜ਼ੀਕਲ ਸਰੀਰਕ ਦੁੱਖ ਨਜ਼ਰ ਆ, ਪਰ ਜਿਹੜੇ ਜੁੜੇ ਆ, ਜਿਨ੍ਹਾਂ ਦੇ ਹਿਰਦੇ 'ਚ ਵਸਿਆ, ਜਿਨ੍ਹਾਂ ਦੇ ਨਾਲ ਇਹ ਵਰਤਾਰਾ ਵਰਤ ਰਿਹਾ, ਉਹਨਾਂ ਨੂੰ ਪੁੱਛ ਕੇ ਦੇਖੋ ਕਿ ਦੁੱਖ ਹੈ, ਤਾਂ ਉਹ ਕਹਿੰਦੇ ਨਹੀਂ, ਦੁੱਖ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਉਹਨਾਂ ਨੂੰ ਪੁੱਛੋ ਦੁੱਖ ਹੈ, ਉਹ ਕਹਿੰਦੇ ਨਹੀਂ। ਸਾਡੀ ਦੁਨਿਆਵੀ ਨਿਗਾਹ 'ਚ ਦੁੱਖ ਆ। ਜਦੋਂ ਭਾਈ ਤਾਰੂ ਸਿੰਘ ਦਾ ਖੋਪੜਾ ਲਾਹਿਆ ਜਾ ਰਿਹਾ, ਜਿੰਨੇ ਲੋਕ ਬਹਿੰਦੇ ਕਹਿੰਦੇ ਹੋਣਗੇ ਕਿੰਨਾ ਦੁੱਖ ਹੈ, ਕਿੰਨਾ ਦੁੱਖ ਹੈ ਸਿੱਖ ਨੂੰ, ਕਿੰਨੇ ਦੁੱਖ 'ਚੋਂ ਲੰਘਣਾ ਪੈ ਰਿਹਾ। ਭਾਈ ਮਨੀ ਸਿੰਘ ਦਾ ਬੰਦ ਕਟਿਆ ਜਾ ਰਿਹਾ, ਜਿਹੜੇ ਲੋਕ ਦੇਖ ਰਹੇ ਕਹਿੰਦੇ ਹੋਣਗੇ ਕਿੰਨਾ ਦੁੱਖ ਹੈ, ਕਿੰਨੇ ਦੁੱਖ 'ਚੋਂ ਲੰਘਣਾ ਪੈ ਰਿਹਾ ਸਿੱਖ ਨੂੰ। ਜਦੋਂ ਉਬਲਦੀ ਦੇਗ 'ਚੋਂ ਬਾਲਿਆ ਜਾ ਰਿਹਾ ਸੀ ਚਾਂਦਨੀ ਚੌਂਕ ਭਾਈ ਦਿਆਲਾ ਜੀ ਨੂੰ, ਦੁਨੀਆ ਕਹਿੰਦੀ ਕਿੰਨੇ ਦੁੱਖ 'ਚੋਂ ਲੰਘਣਾ ਪੈ ਰਿਹਾ ਸਿੱਖ ਨੂੰ। ਜਦੋਂ ਆਰੇ ਨਾਲ ਚੀਰਿਆ ਜਾ ਰਿਹਾ ਭਾਈ ਮਤੀ ਦਾਸ ਨੂੰ, ਦੇਖਣ ਵਾਲੇ ਕਹਿੰਦੇ ਹੋਣਗੇ ਕਿੰਨੇ ਦੁੱਖ 'ਚੋਂ ਲੰਘਣਾ ਪੈ ਰਿਹਾ। ਪਰ ਇਹ ਦੁਨਿਆਵੀ ਨਿਗਾਹ, ਦੁਨਿਆਵੀ ਬਿਰਤੀ, ਜਦੋਂ ਉਹਨਾਂ ਨੂੰ ਪੁੱਛੋ ਤੇ ਉਹ ਕਹਿੰਦੇ ਦੁੱਖ ਨਹੀਂ। ਉਹ ਕਹਿੰਦੇ ਦੁੱਖ ਨਹੀਂ ਹੈ, ਕਿਉਂਕਿ ਉਹ ਸਰੀਰਕ ਤਲ ਤੋਂ ਉੱਪਰ ਉੱਠ ਗਏ, ਫਿਜ਼ੀਕਲ ਸਰੀਰਕ ਤਲ ਤੋਂ ਉੱਪਰ ਉੱਠ ਗਏ। ਜੋ ਨਰ ਦੁੱਖ ਮੈਂ ਦੁੱਖ ਨਹੀਂ। ਸਰੀਰਕ ਤਲ ਤੇ ਸਾਨੂੰ ਦੁੱਖ ਸੁੱਖ ਸਾਰਾ ਕੁਝ, ਭੁੱਖ ਪਿਆਸ ਮਾਣ ਅਪਮਾਨ, ਪਰ ਉਹਨਾਂ ਨੂੰ ਤਾਂ ਨਾਹੇ ਮਾਣ ਅਪਮਾਨ। ਹਰਖ ਸੋਗ ਤੇ ਰਹਿ ਨਿਆਰੋ, ਨਾ ਹਰਖ ਨਾ ਸੋਗ। ਉਹਨਾਂ ਦੀ ਬਿਰਤੀ ਫਿਜ਼ੀਕਲ ਤਲ ਤੋਂ ਉੱਪਰ ਉੱਠ ਗਈ, ਸਰੀਰਕ ਤਲ ਤੋਂ ਉੱਪਰ ਉੱਠ ਗਈ। ਇਹ ਦੁੱਖ ਸਰੀਰਕ ਤਲ ਤੇ ਹੈ, ਸਰੀਰਕ ਤਲ ਤੇ ਨਜ਼ਰ ਆਉਂਦੇ ਆ, ਪਰ ਜਿਨ੍ਹਾਂ ਨੇ ਸਮਝ ਲਿਆ ਮੈਂ ਸਰੀਰ ਨਹੀਂ, ਮੈਂ ਆਤਮਾ ਆ, ਮੈਂ ਪਰਮਾਤਮਾ ਦੀ ਅੰਸ਼ ਆ, ਪਰਮਾਤਮਾ ਦੀ ਜੋਤ ਆ, ਮੈਂ ਤੇ ਉਸ ਵਾਹਿਗੁਰੂ ਅੱਲਾ ਖੁਦਾ ਰਾਮ ਦਾ ਰੂਪ ਆ। ਕਹੋ ਕਬੀਰ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮੰਸ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹਨਾਂ ਨੂੰ ਪੁੱਛੋ ਦੁੱਖ ਹੈ, ਉਹਨਾਂ ਨੇ ਨਹੀਂ ਦੁੱਖ ਮੰਨਿਆ। ਜੇ ਬਾਦਸ਼ਾਹ ਨੇ ਆਖਿਆ ਆਖਰੀ ਇੱਛਾ ਦੱਸ ਮਤੀ ਦਾਸਾ, ਕੋਈ ਆਖਰੀ ਇੱਛਾ ਹੈ, ਤੇ ਆਖਿਆ ਸਤਿਗੁਰ ਦੇ ਸਨਮੁਖ ਦਰਸ਼ਨ ਕਰਦੇ ਸ਼ਹੀਦ ਹੋਣਾ ਚਾਹੁੰਦਾ। ਇਹ ਨਹੀਂ ਆਖਿਆ ਕਿ ਛੱਡ ਦਿਓ, ਦੁੱਖ ਬੜਾ, ਤਕਲੀਫ ਬੜੀ ਹੈ। ਕਿਹਾ ਮਤੀ ਦਾਸ ਬਲਬੀਰ ਨੇ, ਸ਼ਾਂਤੀ ਦੀ ਤਸਵੀਰ ਨੇ, ਮੇਰੀ ਇੱਕੋ ਸਮੱਸਿਆ ਹੱਲ ਹੋਵੇ, ਮੇਰੇ ਸੀਸ ਉੱਤੇ ਜਦੋਂ ਚੱਲੇ ਆ ਰਾ, ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ। ਗੱਜ ਕੇ ਆਖੋ ਸਤਨਾਮ। ਉਹ ਸਰੀਰਕ ਤਲ ਦੇ ਦੁੱਖ ਤੋਂ ਉੱਪਰ, ਸਰੀਰ ਤੋਂ ਉੱਪਰ ਉੱਠ ਗਏ। ਵੇਦਾਂਤ ਦੇ ਅੰਦਰ ਵੀ ਜਦੋਂ ਮਹਾਂਪੁਰਸ਼ਾਂ ਨੇ ਪੜ੍ਹਾਇਆ ਵੇਦਾਂਤ, ਤਾਂ ਉਸ ਵੇਲੇ ਇਹੀ ਬਚਨ ਆਇਆ ਕਿ ਸਗਲ ਦੁੱਖ ਕੋ ਕਾਰਨ ਦੇ, ਕਿ ਸਾਰੇ ਦੁੱਖਾਂ ਦਾ ਕਾਰਨ ਦੇ ਆ ਸਰੀਰ ਆ। ਭੁੱਖ ਲੱਗਦੀ, ਪਿਆਸ ਲੱਗਦੀ, ਸਰੀਰ ਨੂੰ ਲੱਗਦੀ, ਆਤਮਾ ਤੇ ਨਰਲੇਪ ਆ। ਗਰਮੀ ਲੱਗਦੀ, ਸਰਦੀ ਲੱਗਦੀ, ਸਰੀਰ ਨੂੰ ਲੱਗਦੀ ਹੈ। ਕਸ਼ਟ ਲੱਗਦਾ, ਸਰੀਰ ਨੂੰ ਲੱਗਦਾ, ਆਤਮਾ ਤੇ ਨਰਲੇਪ ਆ, ਆਤਮਾ ਤੇ ਅਜ਼ਰ ਅਮਰ ਆ। ਭਗਵਾਨ ਕ੍ਰਿਸ਼ਨ ਨੇ ਵੀ ਤਾਂ ਹੀ ਆਖਿਆ ਸੀ ਮਹਾਭਾਰਤ ਦੀ ਜੰਗ ਦੀ ਆਰੰਭਤਾ ਤੇ ਅਰਜਨ ਨੂੰ ਉਪਦੇਸ਼ ਦਿੰਦਿਆਂ, ਜਦੋਂ ਅਰਜਨ ਕਹਿੰਦਾ ਸੀ ਨਹੀਂ ਚੱਲਦੇ ਤੀਰ ਭਗਵਾਨ ਜੀ, ਸਾਰੇ ਮੇਰੇ ਭਰਾ ਰਿਸ਼ਤੇਦਾਰ, ਚਾਚੇ ਤਾਏ ਦੇ ਪੁੱਤ, ਕੁਲ ਗੁਰੂ ਕਿਰਪਾਚਾਰੀਆ, ਦਰੋਣਾਚਾਰੀਆ ਸਾਰੇ ਸਨਮੁਖ ਖੜੇ ਆ, ਮੈਂ ਇਹਨਾਂ ਨੂੰ ਕਿਵੇਂ ਮਾਰਾਂ, ਇਹਨਾਂ ਤੇ ਤੀਰ ਨਹੀਂ ਚੱਲਦੇ। ਤਾਂ ਉਸ ਵੇਲੇ ਭਗਵਾਨ ਕ੍ਰਿਸ਼ਨ ਨੇ ਜੋ ਗੀਤਾ ਦਾ ਉਚਾਰਨ ਕਰਕੇ ਉਪਦੇਸ਼ ਦਿੱਤਾ ਤੇ ਆਖਿਆ ਸੀ ਅਰਜਨ ਤੂੰ ਕਿਸ ਨੂੰ ਮਾਰ ਸਕਦਾ, ਤੇਰੀ ਕੀ ਸਮਰੱਥਾ, ਤਾਕਤ ਕੀ ਹੈ ਤੇਰੀ, ਆਤਮਾ ਤੇ ਅਜ਼ਰ ਅਮਰ ਹੈ, ਤੂੰ ਕੌਣ ਹੈ ਮਾਰਨ ਵਾਲਾ। ਤੂੰ ਤੇ ਆਪਣਾ ਕਰਤੱਵ ਨਿਭਾ, ਤੂੰ ਤੇ ਆਪਣਾ ਕਰਤੱਵ, ਜਿਹੜੀ ਤੇਰੀ ਡਿਊਟੀ ਹੈ ਉਹ ਨਿਭਾਉਣੀ ਹੈ। ਤੂੰ ਕਿਸੇ ਨੂੰ ਮਾਰਨੀ, ਤੂੰ ਤੇ ਹੰਕਾਰੀ ਹੋ ਗਿਆ, ਤੂੰ ਤੇ ਮਰਨ ਮਾਰਨ ਦੀਆਂ ਗੱਲਾਂ ਕਰਦਾ, ਤੈਨੂੰ ਤੇ ਗਿਆਨ ਹੀ ਨਹੀਂ, ਇਸ ਗੱਲ ਦਾ ਗਿਆਨ ਹੀ ਹਾਸਲ ਨਹੀਂ ਕੀਤਾ। ਇਹ ਤਾਂ ਸਭ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਇਹ ਤੇ ਸਭ ਉਹ ਵਾਹਿਗੁਰੂ ਦੇ ਹੁਕਮ ਦੇ ਅੰਦਰ ਵਰਤਾਰਾ ਵਰਤ ਰਿਹਾ। ਭਗਵਾਨ ਕ੍ਰਿਸ਼ਨ ਨੇ ਵੀ ਇਹੀ ਗਿਆਨ ਦਿੱਤਾ ਸੀ ਅਰਜਨ ਨੂੰ ਉਸ ਵੇਲੇ। ਤੇ ਖਿਆਲ ਕਰਨਾ, ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵੀ ਸਾਨੂੰ ਇਹੀ ਉਪਦੇਸ਼ ਬਖਸ਼ ਰਹੀ ਹੈ, ਜੋ ਨਿਰੰਕਾਰੀ ਬਾਣੀ, ਇਲਾਹੀ ਬਾਣੀ ਤੇ ਸਤਿਗੁਰਾਂ ਦੀ ਬਾਣੀ ਦਾ ਉਪਦੇਸ਼ ਹੀ ਅਸੀਂ ਸੰਸਾਰ ਵਿੱਚ ਵਰਤਦਾ ਵੇਖ ਰਹੇ ਹਾਂ। ਖਿਆਲ ਕਰਿਓ, ਸਾਡੀ ਦੁਨਿਆਵੀ ਬਿਰਤੀ 'ਚ ਦੁੱਖ ਨੇ, ਪਰ ਇਹ ਦੁੱਖ ਨਹੀਂ, ਆਤਮਾ ਦੇ ਤਲ ਤੇ ਇਹ ਦੁੱਖ ਨਹੀਂ। ਤਾਂ ਹੀ ਗੁਰੂ ਕੇ ਸਿੱਖਾਂ ਨੇ ਹੱਸ ਹੱਸ ਕੇ ਬੰਦ ਕਟਾਇਆ, ਹੱਸ ਹੱਸ ਕੇ ਖੋਪੜੇ ਲੁਹਾਏ।
ਹੱਸ ਹੱਸ ਕੇ ਚਰਖੜੀਆਂ ਤੇ ਚੜੇ, ਹੱਸ ਹੱਸ ਕੇ ਫਾਂਸੀਆਂ ਦੇ ਰੱਸੇ ਚੁੰਮੇ, ਫਾਹੇ ਲੱਗੇ। ਕਿਉਂ? ਕਿਉਂਕਿ ਉਹ ਆਤਮਿਕ ਤਲ ਤੇ ਜਿਉਂਦੇ, ਸਰੀਰਕ ਤਲ ਤੇ ਨਹੀਂ। ਸਰੀਰ ਦੇ ਤਲ ਤੋਂ ਉੱਪਰ ਉੱਠ ਗਏ, ਫਿਜ਼ੀਕਲ ਤਲ ਤੋਂ ਉੱਪਰ ਉੱਠ ਗਏ। ਤੇ ਖਿਆਲ ਕਰਿਓ, ਜਿਹੜੇ ਧੋਰੇ ਅੰਦਰੋਂ ਜੁੜ ਗਏ ਪਰਮਾਤਮਾ ਦੇ ਨਾਮ ਨਾਲ, ਸਰੀਰ ਨਾਲੋਂ ਸੰਬੰਧ ਟੁੱਟ ਗਿਆ, ਆਤਮਾ ਉੱਚੀ ਚਲੀ ਗਈ ਆਤਮਿਕ ਮੰਡਲਾਂ 'ਚ, ਗਗਨ ਮੰਡਲਾਂ 'ਚ, ਤਾਂ ਫਿਰ ਉਹਨਾਂ ਨੂੰ ਉੱਥੇ ਇਹ ਜਿਹੜੇ ਸਰੀਰਕ ਦੁੱਖ ਪ੍ਰਤੀਤ ਨਹੀਂ ਹੁੰਦੇ। ਸਤਿਗੁਰੂ ਬਚਨ ਕਰ ਰਹੇ ਆ ਕਿ ਜਾ ਕੇ ਹਰ ਵਸਿਆ ਮਨ ਮਾਹੀ, ਤਾ ਕਉ ਦੁੱਖ ਸੁਪਨੇ ਵੀ ਨਾਹੀ। ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਵਸ ਗਿਆ, ਉਹਨਾਂ ਨੂੰ ਦੁੱਖ ਸੁਪਨੇ ਵਿੱਚ ਵੀ ਨਹੀਂ। ਤੇ ਜਿਨ੍ਹਾਂ ਦੇ ਸਾਡੇ ਹਿਰਦੇ 'ਚ ਪਰਮਾਤਮਾ ਦਾ ਨਾਮ ਨਹੀਂ, ਅਸੀਂ ਸਰੀਰਕ ਤਲ ਤੇ ਜਿਉਂਦੇ ਹਾਂ, ਆਤਮਾ ਦਾ, ਰੂਹਾਨੀਅਤ ਦਾ, ਅਧਿਆਤਮ ਦਾ ਗਿਆਨ ਹਾਸਲ ਨਹੀਂ ਕਰਦੇ, ਉਹਨਾਂ ਚਿਰ ਸਾਨੂੰ ਇਹ ਸਾਰੇ ਦੁੱਖ ਸੁੱਖ ਪ੍ਰਤੀਤ ਹੁੰਦੇ ਆ, ਮਾਣ ਅਪਮਾਨ ਪ੍ਰਤੀਤ ਹੁੰਦੇ ਆ। ਉਹਨਾਂ ਚਿਰ ਭੁੱਖ ਪਿਆਸ, ਗਰਮੀ ਤੇ ਸਰਦੀ ਸਾਨੂੰ ਪ੍ਰਤੀਤ ਹੁੰਦੀ ਹੈ। ਪਰ ਜਦੋਂ ਅਸੀਂ ਰੂਹਾਨੀਅਤ ਅਧਿਆਤਮ ਦੇ ਤਲ ਤੇ ਚਲੇ ਜਾਂਦੇ ਹਾਂ, ਫਿਰ ਸਾਨੂੰ ਇਹ ਜਿਹੜੇ ਸਰੀਰਕ ਦੁੱਖ ਮਹਿਸੂਸ ਨਹੀਂ ਹੁੰਦੇ। ਉਸ ਵੇਲੇ ਤਤੀ ਤਵੀ ਤੇ ਬੈਠੇ, ਉਹ ਤੇ ਆਪ ਸਤਿਗੁਰ ਨੇ, ਉਹ ਤੇ ਪ੍ਰਤੱਖ ਹਰ, ਗੁਰ ਅਰਜਨ ਪ੍ਰਤੱਖ ਹਰ, ਉਹ ਤੇ ਆਪ ਹਰੀ ਸਰੂਪ ਨੇ। ਉਹਨਾਂ ਦੇ ਗੁਰਸਿੱਖ ਵੀ ਜਿਹੜੇ ਗੁਰਮੁਖ ਪਿਆਰੇ ਉਹਨਾਂ ਦੇ ਰਾਹ ਤੇ ਚੱਲੇ, ਉਹਨਾਂ ਨੇ ਫਿਰ ਗੁਰਮੁਖ ਪਿਆਰਿਓ ਸਰੀਰਕ ਦੁੱਖ ਨੂੰ ਦੁੱਖ ਨਹੀਂ ਜਾਣਿਆ। ਤੇ ਸਤਿਗੁਰੂ ਬਚਨ ਕਰ ਰਹੇ, ਭਲਿਆ ਵਾਹਿਗੁਰੂ ਦੇ ਨਾਮ ਨਾਲ ਜੁੜ, ਉਸ ਅੱਲਾ ਖੁਦਾ ਦੇ ਨਾਮ ਨਾਲ ਜੁੜ ਲਾ, ਉਸ ਵਾਹਿਗੁਰੂ ਦੀ ਸਿਫਤ ਸਲਾਹ ਨੂੰ ਹਿਰਦੇ 'ਚ ਵਸਾ ਲਾ, ਉਹਦਾ ਨਾਮ ਅੰਦਰ ਜੋਤ ਜਵਾਲਾ ਪ੍ਰਜਵਲਤ ਕਰ ਲੈ, ਤੇ ਤੈਨੂੰ ਦੁੱਖ ਸੁਪਨੇ 'ਚ ਬਣੀ ਰਹੇਗਾ। ਤੂੰ ਰੋਜ਼ ਦੁੱਖਾਂ 'ਚ ਹੀ ਫਿਰਦਾ, ਸੰਸਾਰ ਦੇ ਅੰਦਰ ਦਿਨ ਰਾਤ ਦੁੱਖਾਂ 'ਚ ਹੀ ਤੁਰਿਆ ਫਿਰਦਾ, ਦੁੱਖ ਸੁੱਖ ਤੈਨੂੰ ਵਿਆਪਦੇ ਆ। ਪਰ ਜੇ ਤੂੰ ਆਪਣੇ ਸਰੀਰਕ ਤਲ ਤੋਂ ਬਿਰਤੀ ਉੱਪਰ ਉਠਾ ਲਵੇਂ, ਰੂਹਾਨੀਅਤ ਦੇ ਤਲ ਤੇ, ਅਧਿਆਤਮ ਦੇ ਤਲ ਤੇ ਜੇ ਤੂੰ ਜਿਉਣਾ ਸ਼ੁਰੂ ਕਰ ਜਾਵੇਂ, ਤਾਂ ਤੈਨੂੰ ਇਹਨਾਂ ਦੁੱਖਾਂ ਤੋਂ ਨਿਜਾਤ ਮਿਲ ਜਾਵੇਗੀ, ਮੁਕਤੀ ਮਿਲ ਜਾਵੇਗੀ। ਤੇ ਇਹ ਗੁਰਸਿੱਖਾਂ ਦੀ ਅਵਸਥਾ ਹੈ, ਗੁਰਮੁਖਾਂ ਦੀ ਅਵਸਥਾ ਹੈ। ਜਿਨ੍ਹਾਂ ਨੇ ਹਿਰਦੇ 'ਚ ਵਸਾ, ਗੁਰਮੁਖ ਬਣ ਗਏ, ਗੁਰੂ ਵਾਲੇ ਬਣ ਗਏ, ਉਹ ਗੁਰਸਿੱਖ ਸਾਧੂ ਸੰਤ ਜਿਨ੍ਹਾਂ ਦੀ ਐਸੀ ਅਵਸਥਾ, ਉਹਨਾਂ ਨੂੰ ਖੁਦ ਵੀ ਦੁੱਖ ਸੁਪਨੇ 'ਚ ਵੀ ਨਹੀਂ ਹੈ। ਤੇ ਸਤਿਗੁਰ ਬਚਨ ਕਰ ਰਹੇ ਨੇ ਹੁਣ ਆਰੰਭਤਾ ਤੋਂ, ਤਾ ਕਾ ਦਰਸ਼ ਪਾਈਐ ਵਡ ਭਾਗੀ, ਜਾ ਕੀ ਰਾਮ ਨਾਮ ਲਿਵ ਲਾਗੀ। ਜਿਹੜੇ ਰੂਹਾਨੀਅਤ ਦੇ ਤਲ ਤੇ ਜਿਉ ਰਹੇ ਆ, ਅਧਿਆਤਮ ਤਲ ਤੇ, ਬ੍ਰਹਮ ਗਿਆਨ ਦੀ ਦਾਤ ਜਿਨ੍ਹਾਂ ਨੇ ਜੀਵਨ ਮੁਕਤ ਦੀ ਅਵਸਥਾ ਪਾ ਲਈ ਹੈ, ਫਿਰ ਐਸੇ ਗੁਰਮੁਖਾਂ ਦਾ ਦਰਸ਼ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੈ, ਭੇਟਿਓ ਪੁਰਖ ਰਸਕ ਬੈ ਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਐਸੇ ਗੁਰਮੁਖਾਂ ਦਾ ਦਰਸ਼ਨ ਫਿਰ ਵੱਡੇ ਭਾਗਾਂ ਨਾਲ, ਜਾ ਕੇ ਦਰਸ਼ ਪਾਈਐ ਵੱਡ ਭਾਗੀ, ਵੱਡੇ ਭਾਗਾਂ ਦੇ ਨਾਲ ਦਰਸ਼ਨ। ਤੇ ਐਸੇ ਗੁਰਮੁਖਾਂ ਦਾ ਦਰਸ਼ਨ ਪਾ ਲਈਏ, ਵੱਡ ਭਾਗੀ, ਵੱਡ ਭੱਜ ਜਾਂਦੀ, ਹਉਮੈ ਭੱਜ ਜਾਂਦੀ ਆ। ਅਸੀਂ ਹਉਮੈ ਦੇ ਤਲ ਤੇ ਜਿਉਂਦੇ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ। ਹਉਮੈ ਦੇ ਤਲ ਤੇ ਜਿਉਂਦੇ, ਹਉਮੈ ਵਿੱਚ ਜਿਉਂਦੇ ਆ, ਵੱਡ ਵਿੱਚ ਵੱਡੇਪਣ ਦੇ ਅੰਦਰ। ਪਰ ਖਿਆਲ ਕਰਿਓ, ਸਤਿਗੁਰੂ ਕਹਿੰਦੇ ਜਦੋਂ ਐਸੇ ਗੁਰਮੁਖਾਂ ਦਾ ਦਰਸ਼ਨ ਉਹ ਵੱਡਿਆਂ ਭਾਗਾਂ ਨਾਲ ਮਿਲਦਾ, ਤੇ ਐਸੇ ਗੁਰਮੁਖਾਂ ਦੇ ਦਰਸ਼ਨ 'ਚ ਵੱਡ ਭਾਗੀ, ਵੱਡ ਭੱਜ ਜਾਂਦੀ ਹੈ, ਹਉਮੈ ਭੱਜ ਜਾਂਦੀ, ਹਉਮੈ ਦੂਰ ਹੋ ਜਾਂਦੀ, ਹੰਕਾਰ ਦੂਰ ਹੋ ਜਾਂਦਾ। ਤੇ ਹਉਮੈ ਜੰਮਣ ਮਰਨ ਦਾ ਗੁਰਮੁਖ ਪਿਆਰਿਓ ਕਾਰਨ ਬਣ ਰਿਹਾ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉਮੈ 'ਚ ਮਨੁੱਖ ਆਉਂਦਾ, ਹਉਮੈ 'ਚ ਹੀ ਚਲਿਆ ਜਾਂਦਾ, ਹਉਮੈ 'ਚ ਹੀ ਖੱਟਦਾ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ, ਹਉਮੈ 'ਚ ਹੀ ਖੱਟਦਾ, ਹਉਮੈ 'ਚ ਹੀ ਗਵਾ ਲੈਂਦਾ। ਤੇ ਜਦੋਂ ਗੁਰਮੁਖਾਂ ਦੀ ਸੰਗਤ ਮਿਲਦੀ ਹੈ, ਗੁਰਮੁਖ ਸਾਧੂਆਂ ਗੁਰਸਿੱਖਾਂ ਦੀ, ਜਿਨ੍ਹਾਂ ਨੇ ਦੇਖੋ ਗੁਰਮੁਖ ਪਿਆਰਿਓ ਗੁਰੂ ਦੀ ਸੇਵਾ, ਭਾਈ ਗੋਂਦਾ ਜੀ ਵਰਗੇ, ਭਾਈ ਕਨ੍ਹਈਆ ਜੀ ਵਰਗੇ, ਜਦੋਂ ਗੁਰਸਿੱਖ ਭਾਈ ਮੰਝ ਵਰਗੇ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕਮਾਈ, ਗੁਰਮੁਖ ਪਿਆਰਿਓ ਗੁਰੂ ਦੇ ਹੁਕਮ ਨੂੰ ਕਮਾਇਆ, ਗੁਰੂ ਦੇ ਬਚਨ ਨੂੰ ਕਮਾਇਆ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਗੁਰਸਿੱਖਾਂ, ਗੁਰਮੁਖਾਂ, ਸਾਧੂ ਸਤਿਪੁਰਖਾਂ ਦਾ ਜੀਵਨ ਦੇਖ ਲਈਏ, ਉਹਨਾਂ ਨੂੰ ਸੰਤ ਕਹਿ ਲਓ, ਸਿੱਖ ਕਹਿ ਲਓ, ਸਾਧੂ ਕਹਿ ਲਓ, ਗੁਰੂ ਦੇ ਪਿਆਰੇ, ਉਹ ਸਾਧੂ ਸੰਤ ਗੁਰਸਿੱਖ ਪਿਆਰੇ ਜਿਨ੍ਹਾਂ ਨੇ ਗੁਰੂ ਦਾ ਪਿਆਰ ਪਾਇਆ, ਜਿਨ੍ਹਾਂ ਨੇ ਗੁਰੂ ਦੀ ਬਖਸ਼ਿਸ਼ ਨੂੰ, ਗੁਰੂ ਦੀ ਰਹਿਮਤ ਨੂੰ ਪ੍ਰਾਪਤ ਕੀਤਾ। ਫਿਰ ਐਸੇ ਗੁਰਮੁਖਾਂ ਦੇ ਦਰਸ਼ਨ, ਐਸੇ ਗੁਰਮੁਖਾਂ ਦੀ ਸੰਗਤ ਕੀਤੀ ਛੁੱਟੀ ਨਾਲ,
ਐਸੇ ਗੁਰਮੁਖਾਂ ਬਾਬਤੀ ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਐਸੇ ਗੁਰਮੁਖ ਸਾਧੂਆਂ ਤੋਂ ਕੁਰਬਾਨ ਜਾਣਾ, ਜਿਹੜੇ ਗੁਰੂ ਨਾਲ ਜੋੜਦੇ ਜੋੜਨ ਹਾਰੋ, ਸੰਤ ਨਾਨਕ ਪਾਦਰ ਪੱਧਰੋ। ਪਰ ਮੈਂ ਬੇਨਤੀ ਕਰਾਂ ਗੁਰਮੁਖੋ, ਐਸੇ ਗੁਰਮੁਖਾਂ ਦੀ, ਸਾਧੂ ਸੰਤਾਂ ਦੀ ਸੰਗਤ ਕਰਕੇ, ਉਹਨਾਂ ਦੇ ਬਚਨ ਸੁਣ ਕੇ, ਉਹਨਾਂ ਦੀ ਸੰਗਤ 'ਚ ਰਹਿ ਕੇ ਜੁੜਨਾ ਪਰਮਾਤਮਾ ਦੇ ਨਾਲ, ਜੁੜਨਾ ਗੁਰੂ ਦੇ ਨਾਲ। ਸਾਧੂ ਸਤਪੁਰਖਾਂ ਦਾ ਸਤਿਕਾਰ ਗੁਰਸਿੱਖਾਂ ਦਾ ਬਹੁਤ ਜ਼ਰੂਰੀ ਹੈ। ਕਿੰਨੇ ਗੁਰਸਿੱਖ ਸਾਧੂ ਸਤਪੁਰਖ, ਭਾਈ ਗੋਂਦਾ ਜੀ, ਭਾਈ ਕਨ੍ਹਈਆ ਜੀ, ਭਾਈ ਮੰਝ ਜੀ, ਬਾਬਾ ਬਿਧੀ ਚੰਦ ਵਰਗੇ ਗੁਰੂ ਦਾ ਪਿਆਰ ਜਿੰਨਾ ਪਾਇਆ। ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਦੇਖੋ ਗੁਰੂ ਦਾ ਪਿਆਰ, ਗੁਰੂ ਦੀ ਬਖਸ਼ਿਸ਼ ਹੈ। ਉਹਨਾਂ ਗੁਰਮੁਖਾਂ ਦਾ ਸਤਿਕਾਰ, ਉਹਨਾਂ ਦੀ ਸੰਗਤ। ਅਜੋਕੇ ਸਮੇਂ ਸੰਤ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸੰਤ ਨੰਦ ਸਿੰਘ ਜੀ ਕਲੇਰਾਂ ਵਾਲੇ, ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਸੰਤ ਅਦਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਗੁਰਸਿੱਖ ਗੁਰੂ ਦਾ ਪਿਆਰ ਜਿੰਨਾ ਪਾਇਆ। ਪਰ ਦੁਖਾਂਤ ਸਾਡਾ ਇਹ ਹੈ, ਉਹ ਤੇ ਗੁਰੂ ਨਾਲ ਜੁੜੇ, ਗੁਰੂ ਨਾਲ ਜੋੜਿਆ ਪਰਮਾਤਮਾ ਨਾਲ। ਅੱਜ ਅਸੀਂ ਸਿਰਫ ਉਹਨਾਂ ਤੱਕ ਸੀਮਤ ਰਹਿ ਗਏ ਹਾਂ। ਮਾਫ ਕਰਿਓ ਗੁਰਮੁਖ ਪਿਆਰਿਓ, ਸਾਧੂ ਸਤਪੁਰਖਾਂ ਗੁਰਸਿੱਖਾਂ ਦਾ ਸਤਿਕਾਰ, ਪਰ ਅੱਜ ਅਸੀਂ ਸਿਰਫ ਉਹਨਾਂ ਤੱਕ ਸੀਮਤ ਰਹਿ ਗਏ ਹਾਂ। ਅਸੀਂ ਜੁੜਨਾ ਤੇ ਗੁਰੂ ਨਾਲ ਸੀ, ਉਹਨਾਂ ਤੇ ਜੋੜਿਆ ਬਾਣੀ ਨਾਲ, ਗੁਰੂ ਨਾਲ। ਅੱਜ ਅਸੀਂ ਗੁਰੂਆਂ ਦੇ ਦਿਨ ਭੁੱਲ ਗਏ, ਕੇਵਲ ਸਾਧੂ ਸੰਤਾਂ ਦੀਆਂ ਬਰਸੀਆਂ ਤੱਕ ਸੀਮਤ ਰਹਿ ਗਏ। ਮਾਫ ਕਰਿਓ, ਜ਼ਰੂਰੀ ਹੈ ਉਹਨਾਂ ਦਾ ਸਤਿਕਾਰ, ਅਦਬ, ਉਹਨਾਂ ਦਾ ਦਿਨ। ਪਰ ਮੈਂ ਦੇਖਦਾ ਗੁਰੂਆਂ ਦੇ ਗੁਰਪੁਰਬ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੱਕ ਸੀਮਤ ਰਹਿ ਗਏ। ਅੱਜ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਲਏ, ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਲਏ, ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਲਏ, ਉਹ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਬਣਾ ਲਏ, ਉਹ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਬਣਾ ਲਏ। ਜਿਹੜੇ ਸਾਧੂ ਸੰਤ ਮਹਾਤਮਾ ਸੰਪਰਦਾਵਾਂ ਟਕਸਾਲਾਂ, ਅੱਜ ਅਸੀਂ ਕੇਵਲ ਸਾਧੂਆਂ ਤੱਕ ਸੀਮਤ ਰਹਿ ਗਏ। ਗੁਰੂਆਂ ਦੇ ਗੁਰਪੁਰਬ ਭੁੱਲ ਗਏ। ਮੈਨੂੰ ਦੱਸੋ ਕਿਹੜੇ ਡੇਰੇ 'ਚ ਗੁਰੂ ਨਾਨਕ ਦਾ ਗੁਰਪੁਰਬ ਵੱਡੀ ਪੱਧਰ ਤੇ ਮਨਾਇਆ ਜਾਂਦਾ? ਕਿਹੜੇ ਡੇਰੇ ਦੇ ਅੰਦਰ 10ਵੇਂ ਪਾਤਸ਼ਾਹ ਦਾ ਗੁਰਪੁਰਬ ਮਨਾਇਆ ਜਾਂਦਾ? ਬਹੁਤ ਵਿਰਲੇ ਹੋ, ਕਿੱਥੇ 10 ਗੁਰੂਆਂ ਦੇ ਗੁਰਪੁਰਬ ਮਨਾਏ ਜਾਂਦੇ। ਹੁਣ ਗੁਰੂਆਂ ਦੇ ਪ੍ਰਕਾਸ਼ ਦਿਹਾੜੇ, ਗੁਰਤਾ ਗੱਦੀ ਦਿਹਾੜੇ ਜਾਂ ਜੋਤੀ ਜੋਤ ਦਿਹਾੜੇ, ਸ਼ਹੀਦੀ ਦਿਹਾੜੇ ਮਨਾਏ ਜਾਂਦੇ। ਹੁਣ ਮਾਫ ਕਰਿਓ, ਅਸੀਂ ਗੁਰੂਆਂ ਦੇ ਵੀ ਭੁੱਲ ਗਏ ਤੇ ਗੁਰੂ ਕਾਲ ਦੇ ਵਿੱਚ ਹੋਏ ਗੁਰਸਿੱਖਾਂ ਦੇ ਵੀ ਦਿਨ ਭੁੱਲ ਗਏ। ਤਾਂ ਹੀ ਅਜੇ 550 ਸਾਲ ਦੀ ਗੱਲ ਹੈ, ਕੋਈ ਬਹੁਤਾ ਲੰਬਾ ਚੌੜਾ ਇਤਿਹਾਸ ਨਹੀਂ। ਗੁਰੂਆਂ ਨੂੰ ਭੁੱਲੇ, ਗੁਰੂਆਂ ਦੇ ਗੁਰਸਿੱਖਾਂ ਨੂੰ ਭੁੱਲੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਦਿਨ ਪੂਰੀ ਦੁਨੀਆ 'ਚ ਕਿੱਥੇ ਮਨਾਇਆ ਜਾਂਦਾ? ਉਹਨਾਂ ਦੇ ਸਥਾਨ ਤੇ ਸਿਰਫ। ਬਾਬਾ ਬਿਧੀ ਚੰਦ ਜੀ ਦਾ ਦਿਨ ਕਿੱਥੇ ਮਨਾਇਆ ਜਾਂਦਾ? ਭਾਈ ਕਨ੍ਹਈਆ ਜੀ ਦਾ। ਜਿਹੜੇ ਗੁਰਸਿੱਖਾਂ ਦਾ ਜੀਵਨ ਇਤਿਹਾਸ ਅਸੀਂ ਹਿਸਟਰੀ 'ਚ ਪੜ੍ਹਦੇ ਹਾਂ। ਅੱਜ ਮਾਫ ਕਰਿਓ, ਸਾਧੂਆਂ ਦੇ ਦਿਨ ਮਨਾਉਣੇ, ਸੰਤਾਂ ਦੇ ਦਿਨ ਮਨਾਉਣੇ ਆ, ਪਰ ਕੇਵਲ ਸਾਧੂ ਸੰਤਾਂ ਦੇ ਦਿਨਾਂ ਤੱਕ ਸੀਮਤ ਹੋ ਕੇ ਰਹਿ ਜਾਣ। ਗੁਰੂਆਂ ਦੇ ਗੁਰਪੁਰਬ ਭੁੱਲ ਜਾਣ, ਗੁਰੂਆਂ ਦੇ ਦਿਹਾੜੇ ਭੁੱਲ ਜਾਣਾ, ਉਹਨਾਂ ਗੁਰਸਿੱਖਾਂ ਦੇ ਦਿਹਾੜੇ ਭੁੱਲ ਜਾਣਾ। ਮਾਫ ਕਰਿਓ, ਨਿਗਾਰ ਵੱਲ ਜਾ ਰਹੇ ਆ। ਤਾਂ ਹੀ ਅੱਜ ਐਸੇ ਹਾਲਾਤ ਪੈਦਾ ਹੋ ਰਹੇ। ਅੱਜ ਉਹਨਾਂ ਦੇ ਦਿਨ ਭੁੱਲ ਗਏ, ਉਹਨਾਂ ਦੀਆਂ ਸਿੱਖਿਆਵਾਂ ਭੁੱਲ ਗਈਆਂ। ਦਿਨ ਭੁੱਲਣਾ ਮਤਲਬ ਉਹਨਾਂ ਦੀਆਂ ਸਿੱਖਿਆਵਾਂ ਭੁੱਲ ਗਈਆਂ। ਅੱਜ ਕਹਿੰਦੇ ਸਾਡੇ ਸੰਤਾਂ ਨੇ ਆਹ ਮਰਿਆਦਾ ਦਿੱਤੀ ਜੀ, ਸਾਡੇ ਸੰਤਾਂ ਨੇ ਆਹ ਮਰਿਆਦਾ ਦਿੱਤੀ। ਗੁਰੂ ਦੀ ਮਰਿਆਦਾ ਤੇ ਗਈ, ਹੁਣ ਤੇ ਸੰਤਾਂ ਦੀ ਮਰਿਆਦਾ। ਗੁਰੂਆਂ ਦੀਆਂ ਗੱਲਾਂ ਭੁੱਲ ਗਈਆਂ। ਤਾਂ ਹੀ ਗੁਰਮੁਖ ਪਿਆਰਿਓ, ਮੈਂ ਬਹੁਤ ਥਾਈਂ ਦੇਖਦਾ, ਦੁੱਖ ਆਉਂਦਾ। ਕਈ ਥਾਈਂ ਅਸੀਂ ਗੁਰੂਆਂ ਦੀਆਂ ਨਿਸ਼ਾਨੀਆਂ ਜਾਂ ਗੁਰੂਆਂ ਦੇ ਦਿਨ, ਗੁਰੂ ਦੇ ਉਪਦੇਸ਼ਾਂ ਨੂੰ ਛੱਡ ਕੇ ਆਹ ਜੀ ਸਾਡੇ ਸਾਧੂਆਂ ਦੇ ਜੋੜੇ ਪਏ ਆ ਜੀ, ਆਹ ਸਾਧੂਆਂ ਦੀਆਂ ਆਹ ਨਿਸ਼ਾਨੀਆਂ ਪਈਆਂ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਜੁੱਤੀਆਂ ਜੋੜਿਆਂ ਤੱਕ ਸੀਮਤ ਰਹਿ ਗਏ। ਸਾਧੂ ਸੰਤਾਂ ਦਾ ਸਤਿਕਾਰ, ਉਹਨਾਂ ਦਾ ਦਿਨ ਮਨਾਓ, ਉਹਨਾਂ ਦੀਆਂ ਸਿੱਖਿਆਵਾਂ। ਉਹਨਾਂ ਜੋੜਿਆ ਕਿੱਥੇ? ਉਹਨਾਂ ਆਪਣੇ ਜੁੱਤੀਆਂ ਜੋੜਿਆਂ ਨਾਲ ਨਹੀਂ ਸਾਨੂੰ ਜੋੜਿਆ। ਉਹਨਾਂ ਨੇ ਆਪਣੇ ਲੀੜਿਆਂ ਕੱਪੜਿਆਂ ਨਾਲ ਨਹੀਂ ਸਾਨੂੰ ਜੋੜਿਆ, ਉਹਨਾਂ ਸ਼ਬਦ ਨਾਲ ਜੋੜਿਆ। ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਗੁਰਮੁਖ ਪਿਆਰਿਓ, ਅੱਜ ਸਾਡਾ ਦੁਖਾਂਤ ਆ। ਅਸੀਂ ਉਹਨਾਂ ਤੱਕ ਸੀਮਾ, ਉਹਨਾਂ ਨੇ ਤੇ ਗਾਂਹ ਤੋੜਿਆ ਸੀ। ਅਸੀਂ ਤੇ ਉਰਲੇ ਜੰਕਸ਼ਨ ਤੇ ਖੜ ਗਏ, ਜਿੱਥੇ ਮੰਜ਼ਿਲ ਤੇ ਜਾਣਾ ਸੀ ਉਹ ਮੰਜ਼ਿਲ ਤੇ ਰਹਿ ਗਈ, ਮੰਜ਼ਿਲ ਤੇ ਭੁੱਲ ਗਏ। ਉਹਨਾਂ ਦਾ ਸਤਿਕਾਰ ਬਹੁਤ ਜ਼ਰੂਰੀ ਹੈ, ਸਾਧੂ ਸੰਤਾਂ ਗੁਰਸਿੱਖਾਂ ਦਾ, ਗੁਰਮੁਖਾਂ ਦਾ। ਉਹ ਤੇ ਗੁਰੂ ਨੇ ਵੀ ਬਚਨ ਕੀਤੇ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਸਤਿਗੁਰ ਨੂੰ ਪੂਜਿਆ
ਉਹਨਾਂ ਦੀ ਪੂਜਾ ਸੰਸਾਰ ਕਰਦਾ, ਗੁਰੂ ਉਹਨਾਂ ਦਾ ਸਨਮਾਨ ਕਰਾਉਂਦਾ, ਪੂਜਾ ਕਰਾਉਂਦਾ। ਪਰ ਇਸ ਤਰ੍ਹਾਂ ਤੇ ਅੱਜ 550 ਸਾਲ ਦੀ ਗੱਲ ਹੈ, ਜਦੋਂ 1000 ਸਾਲ ਹੋਵੇਗਾ ਫਿਰ ਤੇ ਗੁਰੂਆਂ ਦੇ ਗੁਰਪੁਰਬ ਤੇ ਰਹਿ ਜਾਣਗੇ। ਫਿਰ ਤੇ ਆਪੋ ਆਪਣੇ ਸਾਧੂ ਸੰਤਾਂ ਦੀਆਂ ਬਰਸੀਆਂ, ਆਪੋ ਆਪਣੇ ਸਾਧੂ ਸੰਤਾਂ ਦੀ ਮਰਿਆਦਾ, ਜੁੱਤੀਆਂ ਜੋੜਿਆਂ ਦੇ ਸਾਹਮਣੇ ਗੋਲਕਾਂ ਰੱਖ ਦਿੱਤੀਆਂ। ਮਾਫ ਕਰਿਓ ਗੁਰਮੁਖ ਪਿਆਰਿਓ, ਜੇ ਸਮਝਣ ਦੀ ਲੋੜ ਹੈ ਸਾਨੂੰ, ਗੁਰੂ ਨੇ ਜੋੜਿਆ ਕਿੱਥੇ, ਸਾਨੂੰ ਸਤਿਗੁਰ ਦਾ ਉਪਦੇਸ਼ ਕੀ ਹੈ, ਸੰਦੇਸ਼ ਕੀ ਹੈ, ਨਿਗਰਦੇ ਜਾ ਰਹੇ ਹਾਂ। ਮੈਂ ਕਈ ਐਸੇ ਗੈਰ ਸਿੱਖ ਡੇਰੇ ਜਾਣਦਾ ਜਿਨ੍ਹਾਂ ਨਾਲ ਕਈ ਵਾਰ ਅਕਸਰ ਵਿਚਰਦਿਆਂ ਵਾਹ ਪੈਂਦਾ, ਜਿਨ੍ਹਾਂ ਨੇ ਨਿਸ਼ਾਨੀਆਂ ਦਾ ਭੋਗ ਹੀ ਪਾ ਦਿੱਤਾ। ਉਹਨਾਂ ਨੇ ਆਪਣੇ ਤੋਂ ਪਹਿਲੇ ਜਿਹੜੇ ਉਹਨਾਂ ਦੇ ਮੁਖੀ ਹੋਏ, ਨਿਸ਼ਾਨੀਆਂ ਦਾ ਭੋਗ ਪਾ ਕੇ ਕਹਿੰਦੇ ਸ਼ਬਦ ਨਾਲ ਜੁੜੋ, ਅਕਾਲ ਪੁਰਖ ਨਾਲ ਜੁੜੋ, ਨਿਰੰਕਾਰ ਨਾਲ ਜੁੜੋ। ਸੰਤ ਦਾਦੂ ਰਾਮ ਜੀ, ਉਹਨਾਂ ਨੇ ਅਕਾਲ ਪੁਰਖ ਨਾਲ ਆਖਿਆ, ਸੰਤ ਦਾਦੂ ਰਾਮ ਕਹਿੰਦੇ ਵਾਹਿਗੁਰੂ ਨਾਲ ਜੁੜੋ, ਪਰਮਾਤਮਾ ਨਾਲ ਜੁੜੋ। 10ਵੇਂ ਪਾਤਸ਼ਾਹ ਗਏ, ਦੇਖੋ ਉਹਨਾਂ ਦੇ ਅਸਥਾਨ ਤੇ ਜਦੋਂ ਮਹੰਤ ਜੈਤ ਰਾਮ ਸਨ। ਅੱਜ ਉੱਥੇ ਗੁਰਮੁਖ ਪਿਆਰਿਓ ਗੁਰਦੁਆਰਾ ਚਰਨ ਕਮਲ ਸਾਹਿਬ ਨਾਰਾਇਣਾ ਰਾਜਸਥਾਨ ਦੇ ਅੰਦਰ ਮੈਂ ਕਈ ਵਾਰ ਦਰਸ਼ਨ ਕੀਤੇ ਆ, ਜਿਨ੍ਹਾਂ ਦੀ ਬੇਨਤੀ, ਉਹ ਵੈਸ਼ਨੋ ਸਾਧੂਆਂ ਦੀ ਬੇਨਤੀ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਉਤਾਰਾ ਕੀਤਾ। ਕਹਿੰਦੇ ਭੋਜਨ ਛਕਾਉਣਾ, ਤੇ ਦੇਖੋ ਨਿਰੰਕਾਰ ਨਾਲ ਜੁੜੇ ਉਹ ਸਾਧੂ ਗੈਰ ਸਿੱਖ ਨੇ, ਪਰ ਖਿਆਲ ਕਰਿਓ ਉਹਨਾਂ ਦਾ ਸ਼ਰਧਾ ਭਾਵਨਾ ਪਿਆਰ ਤੋਂ ਜੁੜੇ ਅਕਾਲ ਪੁਰਖ ਨਾਲ। ਸੰਤ ਦਾਦੂ ਰਾਮ ਨੇ ਉਹਨਾਂ ਨੂੰ ਅਕਾਲ ਪੁਰਖ ਨਾਲ ਸ਼ਬਦ ਨਾਲ ਜੋੜਿਆ ਤੇ ਉਹਨਾਂ ਦੇ ਪੈਰੋਕਾਰ ਆਖਿਆ ਮਹਾਰਾਜ ਭੋਜਨ ਛਕਾਉਣਾ। ਸਤਿਗੁਰ ਕਹਿੰਦੇ ਪਹਿਲਾਂ ਘੋੜਿਆਂ ਤੇ ਬਾਜਾਂ ਨੂੰ ਕਹਿੰਦੇ, ਅਸੀਂ ਤੇ ਮਹਾਰਾਜ ਵੈਸ਼ਨੋ ਸਾਧੂ ਤੇ ਬਾਜ ਖਾਂਦੇ ਮਾਸ। ਸਤਿਗੁਰ ਕਹਿੰਦੇ ਫਿਰ ਪਹਿਲਾਂ ਤਾਂ ਇਹਨਾਂ ਨੂੰ ਛਕਾਉਣਾ ਪਵੇਗਾ। ਤੇ ਦੇਖੋ ਸਾਧੂ ਨਿਰੰਕਾਰ ਨਾਲ ਜੁੜੇ ਪਰਮਾਤਮਾ ਦੇ ਨਾਲ, ਉਹ ਕਹਿੰਦੇ ਸੱਚੇ ਪਾਤਸ਼ਾਹ ਹੁਕਮ ਕਰੋ, ਅਸੀਂ ਬੇਨਤੀ ਕਰ ਲੈਨੇ ਆ। ਤੇ ਹੱਥ ਜੋੜ ਗੁਰੂ ਗੋਬਿੰਦ ਸਿੰਘ ਦੇ ਬਾਜਾਂ ਨੂੰ ਕਹਿੰਦੇ ਸੱਚੇ ਪਾਤਸ਼ਾਹ ਦੇ ਬਾਜੋ, ਇਹ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਦੇ ਬਾਜੋ, ਅਸੀਂ ਵੈਸ਼ਨੋ ਸਾਧੂ ਆ, ਮਾਸ ਤੋਂ ਦੂਰ ਆ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਭੋਜਨ ਛਕਾਉਣਾ ਚਾਹੁੰਦੇ ਹਾਂ। ਤੇ ਉਹ ਕਹਿੰਦੇ ਪਹਿਲਾਂ ਤੁਹਾਨੂੰ ਛਕਾਇਆ ਜਾਵੇ, ਤੁਹਾਡੇ ਵਾਲੀ ਖੁਰਾਕ ਅਸੀਂ ਦੇ ਨਹੀਂ ਸਕਦੇ, ਤੇ ਰੋਜ਼ ਤੁਸੀਂ ਮਾਸ ਹੀ ਖਾਂਦੇ ਹੋ, ਤੇ ਅੱਜ ਸਾਡਾ ਬਾਜਰਾ ਚੀਣਾ ਮੋਠ ਬਾਜਰਾ ਹੀ ਖਾ ਲਓ। ਗੁਰੂ ਨੂੰ ਅਰਦਾਸ ਕਰਕੇ ਬਾਜਾਂ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਅਰਦਾਸ ਕਰਕੇ ਨਿਰੰਕਾਰ ਨੂੰ, ਤੇ ਬਾਜਾਂ ਦੇ ਸਾਹਮਣੇ ਫਰਿਆਦ ਕਰਕੇ ਜਦੋਂ ਮੋਠ ਬਾਜਰਾ ਸਿੱਟਿਆ, ਤੇ ਇਤਿਹਾਸ ਦਾ ਜ਼ਿਕਰ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਬਾਜਾਂ ਨੇ ਉੱਥੇ ਮੋਠ ਬਾਜਰਾ ਚੀਣਾ ਖਾਧਾ। ਗੱਜ ਕੇ ਆਖੋ ਸਤਨਾਮ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੋਜਨ ਕੀਤਾ ਉੱਥੇ। ਬਚਨ ਬਿਲਾਸ ਵੀ ਬੜੇ ਹੋਏ। ਸਤਿਗੁਰੂ ਕਹਿੰਦੇ ਸਿਧਾਂਤ ਕੀ ਤੁਹਾਡਾ? ਕਹਿੰਦੇ ਜੀ ਸਾਨੂੰ ਸੰਤ ਦਾਦੂ ਰਾਮ ਜੀ ਨੇ ਜਿਹੜਾ ਸਿਧਾਂਤ ਦਾਦੂ ਦੁਨੀਆ ਬਾਬਰੀ, ਜਿੱਥੇ ਗੁਰਮੁਖ ਪਿਆਰੇ ਉਹਨਾਂ ਦੇ ਦੋਹੇ ਪੜ੍ਹਦੇ ਆ, ਦਾਦੂ ਦੁਨੀਆ ਬਾਬਰੀ ਕਹੇ ਰਾਮ ਕੋ ਪੂਛ ਮਰੋੜੇ ਬੈਲ ਕੀ ਕਾਢੇ ਆਪਣਾ ਕਾਮ, ਔਰ ਐਸੇ ਆਖਿਆ ਸਾਡਾ ਸਿਧਾਂਤ ਕੀ ਹੈ? ਦਵ ਹੈ ਦਾਜਨ ਹੋਤ, ਜਿਵੇਂ ਬਾਣੀ ਦਾ ਬਚਨ। ਗੁਰਮੁਖ ਪਿਆਰਿਓ ਬੜੇ ਬਚਨ ਬਿਲਾਸ ਹੋਏ, ਮੈਂ ਵਿਸਥਾਰ ਵਿੱਚ ਨਾ ਜਾਵਾਂ। ਨਿਰੰਕਾਰ ਨਾਲ ਜੁੜੇ, ਨਿਸ਼ਾਨੀਆਂ ਖਤਮ, ਕੋਈ ਨਿਸ਼ਾਨੀਆਂ ਨਹੀਂ ਸਾਂਭੀਆਂ। ਆਹ ਖੜਾਵਾਂ ਨੇ ਜੀ, ਆ ਜੁੱਤੇ ਜੋੜੇ ਆ ਜੀ, ਆ ਬਸਤਰ ਆ ਜੀ, ਬਹੁਤ ਸਾਰੇ ਐਸੇ ਨਿਸ਼ਾਨੀਆਂ ਖਤਮ। ਆਖਿਆ ਕਾਲ ਪੁਰਖ ਨਾਲ ਜੁੜੋ, ਸ਼ਬਦ ਨਾਲ ਜੁੜੋ। ਮੈਂ ਬੇਨਤੀ ਕਰਨੀ ਚਾਹੁੰਦਾ, ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਸ਼ਬਦ ਨਾਲ ਜੁੜੀਏ, ਆਪਣੇ ਸਾਧੂ ਸੰਤ ਮਹਾਤਮਾ ਦਾ ਸਤਿਕਾਰ ਕਰੀਏ, ਪਰ ਅਸੀਂ ਗੁਰਮੁਖ ਪਿਆਰਿਓ ਉਹਨਾਂ ਨਿਸ਼ਾਨੀਆਂ ਤੱਕ ਨਾ ਸੀਮਤ ਰਹਿ ਜਾਈਏ। ਨਿਸ਼ਾਨੀਆਂ ਗੁਰੂ ਦੀਆਂ, ਸ਼ਬਦ ਗੁਰੂ ਦੇ, ਸਿਧਾਂਤ ਗੁਰੂ ਦਾ। ਅਸੀਂ ਤੇ ਫੋਟੋਆਂ ਰੱਖ ਕੇ ਗੁਰਮੁਖ ਪਿਆਰਿਓ ਮਾਰਚ ਕੱਢਣੇ ਸ਼ੁਰੂ ਕਰ, ਨਗਰ ਕੀਰਤਨ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦਾ, ਅਸੀਂ ਫੋਟੋਆਂ ਨਾਲ। ਮੇਰੀ ਬੇਨਤੀ ਹੈ, ਬੜੇ ਸਤਿਕਾਰਯੋਗ, ਮੈਂ ਅਕਸਰ ਜਾਂਦਾ, ਉਹਨਾਂ ਨਾਲ ਮੇਲ ਮਿਲਾਪ ਵੀ ਹੁੰਦਾ ਹੈ, ਬਚਨ ਬਿਲਾਸ ਵੀ ਹੁੰਦੇ। ਬੇਨਤੀ ਵੀ ਗੁਰਮੁਖ ਪਿਆਰਿਓ, ਹਾਂ ਇਸ ਤਰੀਕੇ ਦੇ ਨਾਲ ਦੁਕਾਨਦਾਰੀ ਤੇ ਚੱਲ ਸਕਦੀ ਹੈ, ਤੋਰੀ ਫੁਲਕਾ ਤੇ ਚੱਲ ਸਕਦਾ, ਪਰ ਮਾਫ ਕਰਿਓ ਗੁਰੂ ਦੇ ਸਿਧਾਂਤ ਤੋਂ ਅਸੀਂ ਦੂਰ ਹੋ ਜਾਵਾਂਗੇ। ਗੁਰੂ ਦਾ ਸਿਧਾਂਤ, ਗੁਰੂ ਦਾ ਉਪਦੇਸ਼ ਸਾਨੂੰ ਮੁੱਖ ਆ। ਸਾਡਾ ਇਸ ਪਾਸੇ ਧਿਆਨ ਜਾਣਾ ਚਾਹੀਦਾ ਕਿ ਸਾਨੂੰ ਗੁਰੂ ਨੇ ਉਪਦੇਸ਼ ਕੀ ਦਿੱਤਾ, ਤੇ ਗੁਰੂ ਦੇ ਮੰਨਣ ਵਾਲਿਆਂ ਦਾ ਸਾਨੂੰ ਸੰਦੇਸ਼ ਉਪਦੇਸ਼ ਕੀ ਆ, ਉਹਨਾਂ ਦੀ ਸੰਗਤ 'ਚੋਂ ਸਾਨੂੰ ਪ੍ਰਾਪਤ ਕੀ ਹੋਣਾ ਚਾਹੀਦਾ। ਐਸੇ ਗੁਰਸਿੱਖਾਂ ਦੇ ਸਤਿਗੁਰ ਬਚਨ ਕਰ ਰਹੇ, ਤਾਕਾ ਦਰਸ਼ ਪਾਈਆ ਵੱਡ ਭਾਗੀ। ਕਿਹਨਾਂ ਦਾ? ਉਹਨਾਂ ਨੇ ਆਪਣੇ ਜੁੱਤੇ ਜੋੜਿਆਂ ਦੀ ਪੂਜਾ ਕਰਨ ਲਈ ਨਹੀਂ ਕਿਹਾ, ਜਿਨ੍ਹਾਂ ਆਪਣੇ ਨਾਲ ਨਹੀਂ ਜੋੜਿਆ, ਜਿਨ੍ਹਾਂ ਅਕਾਲ ਪੁਰਖ ਨਾਲ ਜੋੜਿਆ। ਜਾ ਕੀ ਰਾਮ ਨਾਮ ਲਿਵ ਲੱਗੀ, ਜਿਨ੍ਹਾਂ ਦੀ ਰਾਮ ਦੇ ਨਾਮ ਨਾਲ, ਪਰਮਾਤਮਾ ਦੇ ਨਾਮ ਨਾਲ ਲਿਵ ਲੱਗੀ ਹੈ, ਉਹਨਾਂ ਦਾ ਦਰਸ਼, ਉਹਨਾਂ ਦੀ ਸੰਗਤ। ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ।
ਐਸੇ ਗੁਰਮੁਖ ਜਿਹੜੇ ਗੁਰੂ ਨਾਲ ਗੁਰਮੁਖ ਰੋਮ ਰੋਮ ਹਰ ਧਿਆਵੈ, ਜਿਹੜੇ ਗੁਰੂ ਦੇ ਪਿਆਰੇ ਮਹਾਂਪੁਰਸ਼ ਸਤਿਕਾਰਯੋਗ ਗੁਰਸਿੱਖ ਹੈ। ਪਰ ਮੈਂ ਬੇਨਤੀ ਕਰੂੰ, ਗੁਰੂਆਂ ਦੇ ਗੁਰਪੁਰਬ, ਗੁਰੂਆਂ ਦੇ ਦਿਹਾੜੇ ਸਾਡੇ ਸਥਾਨਾਂ ਤੇ ਹੋਣ, ਗੁਰੂ ਦੇ ਪਿਆਰੇ ਉਹਨਾਂ ਗੁਰਸਿੱਖਾਂ ਦੇ। ਅਸੀਂ ਅੱਜ ਵਾਲੇ ਸੰਤ ਸਾਧੂਆਂ ਦੇ ਤਾਂ ਦਿਨ ਮਨਾ ਲਏ, ਉਹਨਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ। ਭਾਈ ਮੰਝ ਦਾ ਦਿਨ ਮਨਾਓ, ਬਾਬਾ ਬੁੱਢਾ ਸਾਹਿਬ ਦਾ ਮਨਾਓ, ਬਾਬੇ ਬਿਧੀ ਚੰਦ ਦਾ ਮਨਾਓ। ਗੁਰੂ ਪਿਆਰਿਓ, ਭਾਈ ਗੋਂਦੇ ਦਾ ਦਿਨ ਕਿਤੇ ਵੀ ਨਹੀਂ ਮਨਾਇਆ ਜਾਂਦਾ। ਭਾਈ ਪਰਾਗੇ ਦਾ ਦਿਨ ਮਨਾਓ, ਭਾਈ ਭਿਖਾਰੀ ਦਾ ਦਿਨ ਮਨਾਓ। ਗੁਰੂ ਕੇ ਗੁਰਸਿੱਖਾਂ ਦਾ, ਜਿਨ੍ਹਾਂ ਦੇ ਜੀਵਨ ਤੋਂ ਉਪਦੇਸ਼, ਗੁਰੂ ਦੇ ਭਗਤਾਂ ਦੇ ਦਿਨ। ਬਾਬੇ ਫਰੀਦ ਦਾ ਦਿਨ ਕਿੱਥੇ ਮਨਾਉਂਦੇ ਆ? ਕਿਤੇ ਇੱਕ ਅੱਧੀ ਜਗ੍ਹਾ। ਭਗਤ ਕਬੀਰ ਜੀ ਦਾ ਦਿਨ, ਭਗਤ ਧੰਨੇ ਦਾ ਦਿਨ, ਭਗਤ ਨਾਮਦੇਵ ਦਾ, ਭਗਤ ਰਵਿਦਾਸ ਜੀ ਦਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਆ। ਉਹਨਾਂ ਭਗਤਾਂ, ਉਹਨਾਂ ਗੁਰਸਿੱਖਾਂ ਜਿਨ੍ਹਾਂ ਦੀ ਬਾਣੀ, ਭਾਈ ਮਰਦਾਨੇ ਦਾ ਦਿਨ, ਗੁਰੂ ਦਾ ਦੇਖੋ ਪਿਆਰ, ਗੁਰੂ ਦੀ ਸੰਗਤ। ਭਾਈ ਸੰਮਣ ਮੂਸਣ ਦਾ ਦਿਨ, ਜਿਨ੍ਹਾਂ ਦੇ ਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਜ ਹੈ। ਗੁਰੂ ਦੇ ਉਪਦੇਸ਼ਾਂ ਤੇ ਸੰਦੇਸ਼ਾਂ ਨੂੰ ਕਮਾਉਣਾ, ਗੁਰੂ ਦੇ ਬਚਨਾਂ ਨਾਲ ਜੁੜਨਾ, ਜੇ ਜੀਵਨ ਦਾ ਭਲਾ ਚਾਹੁੰਦੇ ਉਹਨਾਂ ਦੇ ਦਿਨ ਮਨਾਏ। ਜੁੜਨਾ ਅਕਾਲ ਪੁਰਖ ਦੇ ਨਾਲ, ਵਾਹਿਗੁਰੂ ਦੇ ਨਾਲ। ਸੰਤਾਂ ਸਾਧੂਆਂ ਦੇ ਦਿਨ ਮਨਾਓ, ਉਹਨਾਂ ਦੀਆਂ ਬਰਸ਼ੀਆਂ, ਉਹਨਾਂ ਦੀਆਂ ਯਾਦਾਂ ਮਨਾਓ, ਪਰ ਉੱਥੋਂ ਤੱਕ ਸੀਮਤ ਨਹੀਂ ਹੋਣਾ। ਅਸੀਂ ਗੁਰੂਆਂ ਦੇ ਗੁਰਪੁਰਬ, ਗੁਰਸਿੱਖਾਂ ਦੇ, ਸਿੰਘਾਂ ਸ਼ਹੀਦਾਂ ਦੇ, ਭਾਈ ਮਨੀ ਸਿੰਘ ਦਾ, ਭਾਈ ਤਾਰੂ ਸਿੰਘ ਦਾ, ਭਾਈ ਦਿਆਲੇ ਦਾ ਦਿਨ ਕਿੱਥੇ? ਸਿਰਫ ਦਿੱਲੀ ਦੇ ਅੰਦਰ। ਭਾਈ ਮਤੀ ਦਾਸ ਦਾ ਦਿਨ ਕਿੱਥੇ ਮਨਾਇਆ ਜਾਂਦਾ? ਸਿਰਫ ਦਿੱਲੀ ਦੇ ਅੰਦਰ, ਜਿੱਥੇ ਸ਼ਹਾਦਤ ਹੋਈ। ਬਾਕੀ ਗੁਰਸਿੱਖ ਕਿਉਂ? ਇਹੋ ਜਿਹੇ ਭਾਈ ਲੱਖੀ ਸਾਹਿਬ ਵਣਜਾਰਾ ਆਪਣਾ ਘਰ ਹੀ ਗੁਰਮੁਖ ਪਿਆਰਿਓ ਅਗਨ ਭੇਟ ਕਰ ਦਿੱਤਾ ਕਿ ਗੁਰੂ ਦੇ ਸਰੀਰ ਦਾ ਸੰਸਕਾਰ ਕਰਨਾ। ਭਾਈ ਜੈਤੇ ਦਾ ਦਿਨ, ਰੰਗਰੇਟੇ ਗੁਰੂ ਕੇ ਬੇਟੇ, ਕੇਵਲ ਉਹੀ ਮਨਾਉਣ। ਅਸੀਂ ਕਿਉਂ ਨਹੀਂ ਬਈ? ਅਸੀਂ ਜਾਤਾਂ ਪਾਤਾਂ 'ਚ ਵੰਡੀਆਂ ਪਾ ਲਈਆਂ ਕਿ ਭਾਈ ਜੈਤੇ ਦਾ ਦਿਨ ਰੰਗਰੇਟੇ ਸਿੰਘ ਹੀ ਮਨਾਉਣ। ਅਸੀਂ ਕਿਉਂ ਨਹੀਂ? ਸਾਰੇ ਗੁਰਸਿੱਖ ਕਿਉਂ ਨਾ ਮਨਾਉਣ? ਜੇ ਗੁਰੂ ਦਾ ਸਿਧਾਂਤ ਅਸੀਂ ਵੰਡੀਆਂ ਨਾ ਪਾਈਏ, ਨਾ ਭਗਤਾਂ 'ਚ, ਨਾ ਗੁਰਸਿੱਖਾਂ 'ਚ, ਨਾ ਸਾਧੂ ਸੰਤਾਂ 'ਚ, ਆਹ ਸਾਡਾ ਤੇ ਇਹ ਸਾਰੇ ਹੀ ਸਾਡੇ ਆ। ਸਾਡੇ ਸਾਧੂ ਸੰਤ ਹੈ, ਸਾਰੇ ਗੁਰਸਿੱਖ, ਜਿਹੜਾ ਗੁਰੂ ਦਾ ਉਪਦੇਸ਼ ਜੇ ਅਸੀਂ ਕਮਾਉਣਾ, ਜੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ, ਅਸੀਂ ਗੁਰੂ ਦੇ ਉਪਦੇਸ਼, ਜੋ ਗੁਰੂ ਨੇ ਸਾਨੂੰ ਕਿਹਾ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਜੇ ਗੁਰੂ ਦੀ ਚਾਲੀ, ਗੁਰੂ ਦੀ ਮਰਿਆਦਾ, ਗੁਰੂ ਦੇ ਉਪਦੇਸ਼ਾਂ ਨੂੰ ਮੰਨਣਾ, ਤੇ ਫਿਰ ਗੁਰੂ ਦਾ ਸਿਧਾਂਤ ਇਹ ਹੈ, ਸਭ ਨੂੰ ਹਿਰਦੇ 'ਚ ਰੱਖ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੀਏ। ਗੁਰੂ ਨਾਲ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੁੜੇ। ਕਿੰਨੇ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ ਮਨਾਇਆ ਜਾਂਦਾ? ਕਿੰਨੇ ਥਾਵਾਂ ਤੇ? ਸੰਪੂਰਨਤਾ ਦਿਵਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਸੰਪੂਰਨ ਬਾਣੀ। ਜਦੋਂ ਗੁਰੂ ਕਾਸ਼ੀ ਤਲਵੰਡੀ ਸਾਬੋ ਦੀ ਧਰਤੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਦੀ ਬਾਣੀ ਚੜ੍ਹਾ ਤੇ ਸੰਪੂਰਨ ਸਰੂਪ ਜਿਹਨੂੰ ਗੁਰਿਆਈ ਅਰਪਣ ਕੀਤੀ। ਰਹੋ ਵਿਚਾਰ, ਇਹਨਾਂ ਬੇਨਤੀਆਂ ਵੱਲ ਜ਼ਰੂਰ ਧਿਆਨ ਦੇਣਾ। ਸਾਡਾ ਸਭ ਦਾ ਫਰਜ਼ ਬਣਦਾ ਕਿ ਅਸੀਂ ਕੇਵਲ ਇਹਨਾਂ ਗੱਲਾਂ ਤੱਕ ਸੀਮਤ ਨਾ, ਫਿਰ ਤਾਂ ਅਸੀਂ ਉਲਝ ਗਏ, ਰਾਹਾਂ 'ਚ ਉਲਝ ਗਏ, ਮੰਜ਼ਿਲ ਤੱਕ ਗਏ ਨਹੀਂ। ਜਾਣਾ ਮੰਜ਼ਿਲ ਤੱਕ ਹੈ। ਗੁਰਸਿੱਖਾਂ ਦਾ, ਸਾਧੂਆਂ ਦਾ ਸਤਿਕਾਰ ਤੇ ਸਨਮਾਨ ਹੈ। ਜਿਹੜੇ ਗੁਰੂ ਕੇ ਪਿਆਰੇ, ਉਹਨਾਂ ਦੀ ਨਿੰਦਿਆ, ਉਹਨਾਂ ਲਈ ਅਪਸ਼ਬਦ ਨਹੀਂ ਕਹਿਣਾ ਕੋਈ ਵੀ। ਪਰ ਉਹਨਾਂ ਨੇ ਕਿਸੇ ਵੀ ਸਾਧੂ ਸੰਤ ਨੇ ਆਪਣੇ ਜੀਵਨ ਕਾਲ ਦੇ ਅੰਦਰ ਇਹ ਨਹੀਂ ਕਿਹਾ ਕਿ ਮੇਰੇ ਜੁੱਤਿਆਂ ਜੋੜਿਆਂ ਨਾਲ ਜੁੜ ਜਿਓ, ਮੇਰੇ ਕੱਪੜਿਆਂ ਨਾਲ ਜੁੜ ਜਿਓ। ਉਹਨਾਂ ਗੁਰੂ ਨਾਲ ਜੋੜਿਆ, ਪਰਮਾਤਮਾ ਨਾਲ ਜੋੜਿਆ, ਸ਼ਬਦ ਨਾਲ ਜੋੜਿਆ। ਅਸੀਂ ਗੁਰੂ ਨਾਲ ਜੁੜਨਾ, ਪਰਮਾਤਮਾ ਨਾਲ ਜੁੜਨਾ, ਤੇ ਉਹਨਾਂ ਦੀ ਸੰਗਤ ਕਰਕੇ ਸਾਡਾ ਭਲਾ, ਉਹਨਾਂ ਦੇ ਉਪਦੇਸ਼ਾਂ ਨੂੰ ਮੰਨ ਕੇ ਸਾਡਾ ਭਲਾ। ਤੇ ਸਤਿਗੁਰ ਬਚਨ ਕਰ ਰਹੇ ਨੇ, ਭਾਈ ਤਾ ਕਾ ਦਰਸ਼ ਪਾਈਐ ਵੱਡ ਭਾਗੀ, ਜਾ ਕੀ RAM ਨਾਮ ਲਿਵ ਲਾਗੀ। ਉਹਨਾਂ ਦਾ ਦਰਸ਼ਨ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਦੀ RAM ਦੇ ਨਾਮ ਨਾਲ ਲਿਵ ਲੱਗੀ ਹੋਈ ਹੈ। ਜਾ ਕੈ ਹਰ ਵਸਿਆ ਮਨ ਮਾਹੀ, ਜਿਨ੍ਹਾਂ ਦੇ ਹਿਰਦੇ 'ਚ ਹਰੀ ਪਰਮਾਤਮਾ ਵਸਿਆ। ਤਾ ਕੋ ਦੁੱਖ ਸੁਪਨੈ ਭੀ ਨਾਹੀ ਰਹਾਉ, ਉਹਨਾਂ ਨੂੰ ਦੁੱਖ ਸੁਪਨੇ 'ਚ ਵੀ ਨਹੀਂ ਹੈ। ਫਿਰ ਆਤਮਿਕ ਤਲ ਤੇ, ਰੂਹਾਨੀਅਤ ਦੇ ਤਲ ਤੇ ਜਿਉਣਾ ਸ਼ੁਰੂ ਕਰ ਦਿੱਤਾ, ਫਿਰ ਦੁੱਖ ਸੁਪਨੇ 'ਚ ਵੀ ਨਹੀਂ। ਸਰਬ ਨਿਧਾਨ ਰਾਖੇ ਜਨ ਮਾਹੇ, ਫਿਰ ਜਿਹੜੇ ਸਰਬ ਨਿਧਾਨ ਆ, ਖਜ਼ਾਨੇ। ਨਿਧਾਨ ਸ਼ਬਦ ਖਜ਼ਾਨੇ ਦਾ, ਕੋਸ਼ ਦਾ, ਭੰਡਾਰੇ ਦਾ ਵਾਚਕ ਹੈ। ਧੱਦੇ ਅੱਖਰ ਦਾ ਉਚਾਰਨ, ਜੇ ਦੱਦੇ ਅੱਖਰ ਨਾਲ ਉਚਾਰਨ ਕੀਤਾ ਤੇ ਨਿਦਾਨ ਦਾ ਅਰਥ ਅੰਤ ਹੁੰਦਾ ਹੈ। ਤਿਆਗ ਜਹਾਨ ਨਿਦਾਨ ਚੱਲਾਂਗੇ, ਜਿਵੇਂ 10ਵੇਂ ਪਾਤਸ਼ਾਹ ਦੀ ਬਾਣੀ ਚਾਹੁੰਦਾ। ਦੱਦੇ ਅੱਖਰ ਦੇ ਨਾਲ ਅੰਤ ਦਾ ਵਾਚਕ ਹੈ। ਇਸ ਜਹਾਨ ਨੂੰ, ਅੰਤ ਨੂੰ ਤਿਆਗ ਕੇ ਜਾਣਾ ਪੈਣਾ। ਨਿਦਾਨ ਅੰਤ,
ਤੇ ਜਦੋਂ ਨਿਧਾਨ ਧੱਦੇ ਨਾਲ ਉਚਾਰਨ ਕਰਾਂਗੇ, ਸ਼ੁੱਧ ਗੁਰਮੁਖੀ ਸ਼ੁੱਧ ਪੰਜਾਬੀ ਭਾਸ਼ਾ ਉਚਾਰਨ ਕਰਾਂਗੇ, ਅੱਖਰ ਦਾ ਸ਼ੁੱਧ ਉਚਾਰਨ, ਤੇ ਫਿਰ ਅਰਥ ਆਵੇਗਾ ਖਜ਼ਾਨਾ, ਭੰਡਾਰਾ, ਕੋਸ਼। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਗੁਣਾਂ ਦਾ ਭੰਡਾਰਾ, ਗੁਣਾਂ ਦਾ ਖਜ਼ਾਨਾ ਆਪਣੇ ਜਨਾਂ ਦੇ ਹਿਰਦੇ 'ਚ ਰੱਖਿਆ ਪਰਮਾਤਮਾ ਨੇ। ਸਰਬ ਨਿਧਾਨ ਰਾਖੇ ਜਨ ਮਾਹੇ, ਜਿਹੜੇ ਜਨ ਬਣ ਗਏ ਉਹਨਾਂ ਦੇ ਹਿਰਦੇ 'ਚ ਪਰਮਾਤਮਾ ਦੇ ਗੁਣਾਂ ਦਾ ਖਜ਼ਾਨਾ, ਪਰਮਾਤਮਾ ਦੇ ਨਾਮ ਦਾ ਖਜ਼ਾਨਾ, ਪਰਮਾਤਮਾ ਦੀ ਬਖਸ਼ਿਸ਼ਾਂ ਦਾ ਖਜ਼ਾਨਾ। ਤਾਂ ਹੀ ਉਹਨਾਂ ਦੀ ਰਸਨਾ ਤੋਂ ਨਿਕਲੇ ਬੋਲ ਕਦੇ ਵਿਅਰਥ ਨਹੀਂ ਜਾਂਦੇ। ਜਿਹੜੇ ਗੁਰਸਿੱਖ ਸਾਧੂ ਸੰਤ ਵਾਹਿਗੁਰੂ ਦੇ ਪਿਆਰੇ ਬਣ ਗਏ, ਰਾਮ ਨਾਲ ਲਿਵ ਲੱਗ ਗਈ, ਉਹਨਾਂ ਦੇ ਅਚਨਚੇਤ ਮੂੰਹੋਂ ਨਿਕਲਿਆ ਵੀ ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ, ਵਿਅਰਥ ਨਹੀਂ ਜਾਂਦਾ। ਫਿਰ ਉਹਨਾਂ ਦੇ ਮੂੰਹ ਤੋਂ ਇੱਕ ਸਾਧ ਬਚਨ ਅਟਲੱਦਾ, ਉਹਨਾਂ ਦਾ ਬਚਨ ਅਟਲ ਹੋ ਜਾਂਦਾ। ਕਿਉਂ ਹੁੰਦਾ? ਉਹਨਾਂ ਦੇ ਹਿਰਦੇ 'ਚ ਪਰਮਾਤਮਾ ਵਸਿਆ, ਵਾਹਿਗੁਰੂ ਵਸਿਆ, ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਉਹਨਾਂ ਦੇ ਅੰਦਰ। ਸਰਬ ਨਿਧਾਨ ਰਾਖੇ ਜਨ ਮਾਹੇ, ਤਾਂ ਕੈ ਸੰਗ ਕਿਲ ਵਿਖ ਦੁਖ ਜਾਹੇ। ਫਿਰ ਉਹਨਾਂ ਦੀ ਸੰਗਤ ਕਰਕੇ ਸਾਰੇ ਕਿਲ ਵਿਖ ਦੁੱਖ ਚਲੇ ਜਾਂਦੇ, ਕਿਉਂਕਿ ਉਹਨਾਂ ਦੀ ਸੰਗਤ ਤੋਂ ਸਾਨੂੰ ਪਰਮਾਤਮਾ ਦਾ ਨਾਮ ਮਿਲਦਾ, ਚੰਗੇ ਗੁਣ ਮਿਲਦੇ, ਚੰਗੀਆਂ ਸਿੱਖਿਆਵਾਂ ਮਿਲਦੀਆਂ ਨੇ, ਸਾਰੇ ਖਜ਼ਾਨੇ ਉਹਨਾਂ ਦੇ ਹਿਰਦੇ 'ਚ ਹੈ। ਤੇ ਜਦੋਂ ਉਹ ਸਾਨੂੰ ਉਪਦੇਸ਼ ਦਿੰਦੇ, ਉਹਨਾਂ ਦੀ ਸੰਗਤ, ਉਹਨਾਂ ਦੀ ਰਹਿਣੀ ਬਹਿਣੀ ਸਹਿਣੀ ਕਹਿਣੀ 'ਚੋਂ ਸਾਨੂੰ ਉਪਦੇਸ਼ ਮਿਲਦਾ। ਉਹਨਾਂ ਦੀ ਚੁੱਪ ਵੀ ਸਾਨੂੰ ਉਪਦੇਸ਼ ਦਿੰਦੀ, ਉਹਨਾਂ ਦਾ ਬੋਲਣਾ ਵੀ ਉਪਦੇਸ਼ ਦਿੰਦਾ। ਫਿਰ ਸਾਨੂੰ ਪਤਾ ਲੱਗਦਾ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਤੇ ਕਿੱਦਾਂ ਕੰਟਰੋਲ ਕਰਨਾ, ਕਿਵੇਂ ਇਹਨਾਂ ਨੂੰ ਵਸ ਕਰਨਾ, ਔਰ ਕਿਵੇਂ ਅਸੀਂ ਜੀਵਨ ਨੂੰ ਜਿਉਣਾ। ਸੰਸਾਰ 'ਤੇ ਆਏ ਕੀ ਕਰਨਾ, ਕਰ ਕੀ ਰਹੇ, ਸਾਨੂੰ ਕਰਨਾ ਕੀ ਚਾਹੀਦਾ, ਇਸ ਗੱਲ ਦੀ ਸਾਨੂੰ ਫਿਰ ਸੋਝੀ ਪ੍ਰਾਪਤ ਹੁੰਦੀ ਹੈ ਰੱਬ ਦੇ ਪਿਆਰਿਆਂ ਕੋਲੋਂ, ਰੱਬ ਦੇ ਉਹ ਗੁਰਸਿੱਖਾਂ ਕੋਲੋਂ, ਸਾਧੂਆਂ ਕੋਲੋਂ, ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦੇ ਨਾਮ ਦਾ ਖਜ਼ਾਨਾ। ਤੇ ਤਾਂ ਹੀ ਸਤਿਗੁਰ ਬਚਨ ਕਰ ਰਹੇ, ਜਨ ਕੀ ਮਹਿਮਾ ਕਥੀ ਨਾ ਜਾਏ। ਸਾਧੂਆਂ ਦੀ ਮਹਿਮਾ ਕਥਨ ਵਿੱਚ ਨਹੀਂ ਆਉਂਦੀ। ਜਿਹੜੇ ਜਨ ਗੁਰਸਿੱਖ ਗੁਰੂ ਦੇ ਪਿਆਰੇ ਬਣ ਗਏ, ਰੱਬ ਦੇ ਨਾਂ ਨਾਲ ਜੁੜ ਗਏ, ਫਿਰ ਉਹਨਾਂ ਦੀ ਮਹਿਮਾ ਅਪੰਪਾਰ ਹੋ ਜਾਂਦੀ ਹੈ। ਸਾਧ ਕੀ ਮਹਿਮਾ ਬੇਦ ਨਾ ਜਾਣੈ, ਜੇਤਾ ਸੁਣੇ ਤੇਤਾ ਬਖਿਆਨੈ। ਫਿਰ ਉਹਨਾਂ ਦੀ ਮਹਿਮਾ ਜਿਹੜੀ ਕਥਨ ਵਿੱਚ ਨਹੀਂ ਹੈ, ਜਿੰਨਾ ਕਿਸੇ ਸੁਣਿਆ ਕਹਿ ਦਿੱਤਾ, ਜੇਤਾ ਸੁਣੇ ਤੇਤਾ ਬਖਿਆਨੈ। ਪਰ ਸਾਧ ਕੀ ਮਹਿਮਾ ਬੇਦ ਨਾ ਜਾਣੈ। ਸਤਿਗੁਰੂ ਅਰਜਨ ਦੇਵ ਮਹਾਰਾਜ ਵੀ ਬਚਨ ਕਰ ਰਹੇ, ਭਾਈ ਜਿਹੜੇ ਜਨ ਬਣ ਗਏ ਗੁਰੂ ਦੇ, ਪਰਮਾਤਮਾ ਦੇ, ਅਕਾਲ ਪੁਰਖ ਦੇ ਜੁੜ ਗਏ, ਜਿਨ੍ਹਾਂ ਨੇ ਜੀਵਨ ਦਾ ਮਨੋਰਥ ਜਾਣ ਲਿਆ, ਰੂਹਾਨੀਅਤ ਤਲ 'ਤੇ, ਅਧਿਆਤਮ ਤਲ 'ਤੇ ਜਿਉਣਾ ਸ਼ੁਰੂ ਕਰ ਦਿੱਤਾ, ਉਹਨਾਂ ਦੀ ਮਹਿਮਾ ਅਪਰੰਪਾਰ ਹੋ ਜਾਂਦੀ, ਫਿਰ ਕਥਨ ਵਿੱਚ ਨਹੀਂ ਆਉਂਦੀ, ਅਕਥ ਹੋ ਜਾਂਦੀ ਹੈ। ਜਨ ਕੀ ਮਹਿਮਾ ਕਥੀ ਨਾ ਜਾਏ, ਪਾਰ ਬ੍ਰਹਮ ਜਨ ਰਹਿਆ ਸਮਾਏ। ਤੇ ਜਿਹੜਾ ਪਾਰ ਬ੍ਰਹਮ ਉਹਨਾਂ ਦੇ ਹਿਰਦੇ 'ਚ ਹੈ, ਤੇ ਸਾਰਿਆਂ ਦੇ ਅੰਦਰ ਹੈ। ਪਰ ਗੁਰਮੁਖ ਪਿਆਰਿਓ, ਸਾਡੇ ਮਲ ਵਰਨ ਦਾ ਪਰਦਾ ਜਿਸ ਤਰ੍ਹਾਂ ਅਸੀਂ ਢੱਕਿਆ ਹੋਇਆ, ਅਵਰਨ ਹੋਇਆ, ਪਰਦਾ ਪਿਆ ਹੋਇਆ, ਉਹਨਾਂ ਨੇ ਜੋਤ ਪ੍ਰਗਟ ਕਰ ਲਈ ਹੈ, ਪ੍ਰਜਵਲਿਤ ਹੋ ਗਈ ਹੈ ਉਹਨਾਂ ਦੇ ਅੰਦਰ ਉਹ ਪਰਮਾਤਮਾ ਦੀ ਜੋਤ। ਉਹਨਾਂ ਨੇ ਸਮਝ ਲਿਆ ਜਿਹੜੀ ਪਰਮਾਤਮਾ ਨੇ ਸਰੀਰ ਅੰਦਰ ਜੋਤ ਪਾਈ ਹੈ, ਉਹਨਾਂ ਨੇ ਪ੍ਰਗਟ ਕਰ ਲਈ। ਖਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਚ ਪਾਈ, ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ। ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੈ ਜਨਮ ਗਵਾਇਓ, ਚੋਰ ਮੁਸੈ ਘਰ ਜਾਈ। ਪੰਜ ਪਹਰੂਆ ਧਰਮੈ ਰਹਤੇ ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿੱਤ ਹੋਏ ਰਹੋ ਤਉ ਲੈ ਪ੍ਰਗਾਸ ਉਜਾਰਾ। ਨੌ ਕਰ ਦੇਖ ਜੋ ਕਾਮਣ ਭੂਲੀ, ਬਸਤ ਅਨੂਪ ਨਾ ਪਾਈ, ਕਹਿਤ ਕਬੀਰ ਨਵੈ ਘਰ ਮੂਸੇ, ਦਸਵੇਂ ਤਤ ਸਮਾਏ। ਜੋ ਦਸਮ ਦੁਆਰਾ ਅਗਮੇ ਅਪਾਰਾ, ਪਰਮ ਪੁਰਖ ਕੀ ਘਾਟੀ, ਉਪਰ ਹਾਟ ਹਾਟ ਭਰਿਆਲਾ, ਆਲੇ ਭੀਤਰ ਥਤ। ਜਿਹੜੀ ਜੋਤ ਹੈ ਪਰਮਾਤਮਾ ਦੀ, ਨੌ ਦਰਵਾਜ ਨਵੇਂ ਦਰ ਫੀਕੇ, ਰਸ ਅੰਮ੍ਰਿਤ ਦਸਵੇਂ ਚੂਈਜੈ। ਜਿਹੜੀ ਪਰਮਾਤਮਾ ਦੀ ਬਸਤ ਅਨੂਪ ਬੀਜ ਪਾਈ, ਉਹਨਾਂ ਪ੍ਰਗਟ ਕਰ ਲਈ ਹੈ ਸਾਰਿਆਂ ਦੇ ਹਿਰਦੇ ਦੇ ਅੰਦਰ ਹੈ। ਗੁਰਮੁਖ ਪਿਆਰਿਓ, ਪਰਮਾਤਮਾ ਦੀ ਜੋਤ, ਉਹਦੀ ਜੋਤ ਤੋਂ ਬਿਨਾਂ ਅੱਖਾਂ ਨਹੀਂ ਦੇਖ ਸਕਦੀਆਂ, ਕੰਨ ਨਹੀਂ ਸੁਣ ਸਕਦੇ, ਰਸਨਾ ਨਹੀਂ ਬੋਲ ਸਕਦੀ, ਹੱਥ ਪੈਰ ਵਰਕ ਨਹੀਂ ਕਰ ਸਕਦੇ, ਦਿਲ ਧੜਕ ਨਹੀਂ ਸਕਦਾ। ਜਿੱਦਣ ਉਹ ਜੋਤ ਨਾ ਰਹੀ, ਸਰੀਰ ਤੇ ਆਹੀ ਹੈ, ਅੱਖਾਂ ਨੇ ਦੇਖਣਾ ਨਹੀਂ, ਕੰਨਾਂ ਨੇ ਸੁਣਨਾ ਨਹੀਂ, ਰਸਨਾ ਨੇ ਬੋਲਣਾ ਨਹੀਂ। ਜਦੋਂ ਜੋਤ ਵਿੱਚੋਂ ਨਿਕਲ ਗਈ, ਕਾਇਆ ਮੜੋਲੀ 'ਚੋਂ ਜਦੋਂ ਪ੍ਰਾਣ ਪੰਖੇਰੂ ਉਡਾਰੀ ਮਾਰ ਜਾਂਦੇ, ਫਿਰ ਸਰੀਰ ਆਹੀ ਹੈ, ਪਰ ਇਹ ਸਰੀਰ ਨੇ ਵਰਕ ਨਹੀਂ ਕਰਨਾ। ਹੈ ਸਭ ਦੇ ਅੰਦਰ ਹੈ ਪਰਮਾਤਮਾ,
ਪਰ ਜਿਨ੍ਹਾਂ ਨੇ ਪ੍ਰਗਟ ਕਰ ਲਿਆ, ਗੁਰੂ ਨਾਲ ਜੁੜ ਕੇ, ਪਰਮਾਤਮਾ ਨਾਲ ਜੁੜ ਕੇ, ਗੁਰਸਿੱਖਾਂ ਸਾਧੂਆਂ ਦੀ ਸੰਗਤ ਵਿੱਚ ਆ ਕੇ, ਉਸ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜ ਕੇ ਜਿਨ੍ਹਾਂ ਨੇ ਪ੍ਰਗਟ ਕਰ ਲਿਆ, ਗੁਰਮੁਖ ਪਿਆਰਿਓ, ਹੈ ਸਭ ਦੇ ਅੰਦਰ ਹੈ। ਤੇ ਜਿਨ੍ਹਾਂ ਨੇ ਪ੍ਰਗਟ ਨਹੀਂ ਕੀਤਾ ਉਹ ਆਪਣਾ ਜੀਵਨ ਬਰਬਾਦ ਕਰਕੇ ਸੰਸਾਰ ਤੋਂ ਜਾਂਦੇ ਆ। 84 ਦਾ ਚੱਕਰ ਬਾਣੀ ਦੇ ਬਚਨ ਨੇ ਕਿ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਫਿਰ ਉਹ 84 ਦੇ ਚੱਕਰਾਂ 'ਚ 184 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੈ, ਸੋ ਆਏ ਜਾਏ ਦੁੱਖ ਪਾਏਂਦਾ। ਇਹ ਪੌੜੀ ਦੇ ਡੰਡੇ ਤੋਂ ਜਿਹਦਾ ਪੈਰ ਖਿਸ ਗਿਆ, ਫਿਰ 84 ਦਾ ਚੱਕਰ ਹੈ। ਕਿਉਂਕਿ ਇਹ ਤੇਰੀ ਅਵਸਰ, ਇਹ ਤੇਰੀ ਵਾਰ, ਘਟ ਭੀਤਰ ਤੂੰ ਦੇਖ ਵਿਚਾਰ। ਰਹੋ ਵਿਚਾਰ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰ ਰਹੇ ਭਾਏ, ਜਨ ਕੀ ਮਹਿਮਾ ਕਥੀ ਨਾ ਜਾਏ, ਪਾਰ ਬ੍ਰਹਮ ਜਨ ਰਹਿਆ ਸਮਾਏ। ਜਿਹੜਾ ਜਾਣਿਆ ਉਹ ਪਾਰ ਬ੍ਰਹਮ ਨਾਲ ਸਮਾ ਜਾਂਦਾ। ਪਾਰ ਬ੍ਰਹਮ ਹਿਰਦੇ 'ਚ ਹੈ, ਘਟ ਘਟ ਦੇ ਅੰਦਰ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਘਟ ਘਟ ਮੈਂ ਹਰ ਜੂ ਬਸੈ, ਜਰਰੇ ਜਰਰੇ 'ਚ ਹਾਜ਼ਰ ਹੈ, ਕਣ ਕਣ 'ਚ ਮੌਜੂਦ ਹੈ। ਚੀਟੀ ਤੇ ਕੁੰਚਰ ਸਥੂਲਾ, ਕੀੜੀ ਤੋਂ ਲੈ ਕੇ ਹਾਥੀ ਤੱਕ ਉਹ ਪਰਮਾਤਮਾ ਦੀ ਜੋਤ, ਜਿਹੜੀਆਂ ਸਾਡੇ ਨੰਗੀਆਂ ਅੱਖਾਂ ਦੇ ਨਾਲ ਲੈਂਜ ਤੋਂ ਬਿਨਾਂ ਨਹੀਂ ਦਿਸਦੇ, ਜਿਹੜੇ ਉਹਨਾਂ ਅੰਦਰ ਵੀ ਪਰਮਾਤਮਾ ਦੀ ਜੋਤ ਆ। ਤਾਂ ਹੀ ਉਹ ਵਰਕ ਕਰਦੇ। ਜਦੋਂ ਉਹ ਜੋਤ ਨਹੀਂ ਉਦੋਂ ਵਰਕ ਨਹੀਂ ਕਰਨਾ, ਜਦੋਂ ਉਹ ਪਰਮਾਤਮਾ ਨਹੀਂ ਉਦੋਂ ਉਹਨੇ ਵਰਕ ਨਹੀਂ ਕਰ। ਤੇ ਖਿਆਲ ਕਰਨਾ, ਸਤਿਗੁਰ ਬਚਨ ਕਰ ਰਹੇ ਆ ਭਾਈ, ਵਾਹਿਗੁਰੂ ਦੇ ਪਿਆਰਿਆਂ ਦੀ, ਗੁਰਸਿੱਖਾਂ ਜਿਹੜੇ ਗੁਰੂ ਵਾਲੇ ਬਣ ਜਾਂਦੇ, ਗੁਰੂ ਆਸੇ ਅਨੁਸਾਰ ਚੱਲਦੇ ਆ, ਗੁਰੂ ਆਸੇ ਅਨੁਸਾਰ ਜੀਵਨ ਜਿਉਂਦੇ ਆ, ਉਹਨਾਂ ਦੀ ਮਹਿਮਾ ਕਥਨ 'ਚ ਨਹੀਂ ਆਉਂਦੀ ਤੇ ਉਹ ਪਾਰ ਬ੍ਰਹਮ ਦਾ ਰੂਪ ਹੋ ਜਾਂਦੇ ਆ। ਪਾਰ ਬ੍ਰਹਮ ਜਨ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਤੇ ਅਖੀਰਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰ ਰਹੇ ਸ਼ਬਦ ਦੀ ਸਮਾਪਤੀ ਤੇ, ਕਰ ਕਿਰਪਾ ਪ੍ਰਭ ਬਿਨੋ ਸੁਣੀਜੈ, ਦਾਸ ਕੀ ਧੂਰ ਨਾਨਕ ਕਉ ਦੀਜੈ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ, ਮੇਰੀ ਹੱਥ ਬੰਨ ਬੇਨਤੀ ਹੈ, ਸੁਣ ਲਓ ਨੇੜੇ ਹੋ ਕੇ ਮੇਰੀ ਫਰਿਆਦ, ਮੇਰੀ ਅਰਦਾਸ, ਮੇਰੀ ਦੁਆ, ਮੇਰੀ ਬੇਨਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ। ਹੇ ਅਕਾਲ ਪੁਰਖ ਵਾਹਿਗੁਰੂ, ਮੇਰੀ ਇਹ ਬੇਨਤੀ ਸੁਣੋ ਕਿ ਜਿਹੜੇ ਐਸੇ ਗੁਰਸਿੱਖ ਆ ਨਾ, ਜਿਨ੍ਹਾਂ ਦੀ ਰਾਮ ਨਾਮ ਨਾਲ ਲਿਵ ਲੱਗੀ ਆ, ਜਿਨ੍ਹਾਂ ਦੇ ਹਿਰਦੇ 'ਚ ਤੇਰੇ ਸਰਬ ਨਿਧਾਨ ਸਰਬ ਖਜ਼ਾਨੇ ਆ, ਪਰਮਾਤਮਾ ਕਰ ਕਿਰਪਾ ਐਸੇ ਗੁਰਮੁਖਾਂ ਦੀ ਧੂਰ, ਦਾਸ ਕੀ ਧੂਰ, ਜਿਹੜੇ ਤੇਰੇ ਦਾਸ ਬਣ ਗਏ ਆ, ਜਿਹੜੇ ਤੇਰੇ ਗੋਲੇ ਬਣ ਗਏ ਆ, ਤੇਰੇ ਮੁਰੀਦ ਬਣ ਗਏ ਆ, ਤੇਰੇ ਨਾਲ ਇਕਮਿਕ ਹੋ ਗਏ ਆ, ਪਰਮਾਤਮਾ ਮੇਰੇ ਤੇ ਕਿਰਪਾ ਕਰ। ਦਾਸ ਕੀ ਧੂਰ ਨਾਨਕ ਕਉ ਦੀਜੈ, ਨਾਨਕ ਨਾਮ ਦੀ ਮੋਹਰ ਲਗਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਮਾਪਤੀ ਦੀ ਤੁਕ 'ਚ ਬਚਨ ਕਰਦੇ ਆ ਕਿ ਹੇ ਸੱਚੇ ਪਾਤਸ਼ਾਹ ਅਕਾਲ ਪੁਰਖ, ਮੈਨੂੰ ਐਸੇ ਪਿਆਰਿਆਂ ਦੀ ਚਰਨ ਧੂਰ ਬਖਸ਼, ਐਸੇ ਗੁਰਮੁਖਾਂ ਦੀ ਚਰਨ ਧੂਰ ਬਖਸ਼, ਉਹਨਾਂ ਦੀ ਦਾਸਾਂ ਦਾ ਦਾਸ ਬਣਾ ਦੇ, ਦਾਸਣ ਦਾਸ ਬਣਾ ਦੇ। ਸੋ ਦੇਖੋ ਗੁਰਮੁਖੋ, ਗੁਰਮੁਖਾਂ ਗੁਰਸਿੱਖਾਂ ਸਾਧੂਆਂ ਦਾ ਕਿੰਨਾ ਸਤਿਕਾਰ, ਕਿੰਨਾ ਅਦਬ, ਕਿੰਨਾ ਸਨਮਾਨ, ਕਿੰਨੀ ਮਹਿਮਾ ਸਤਿਗੁਰ ਕਰਾ ਰਹੇ। ਆਪਣੇ ਪਿਆਰਿਆਂ ਦੀ ਮਹਿਮਾ, ਆਪਣੇ ਗੁਰਸਿੱਖਾਂ ਸਾਧੂਆਂ ਦੀ ਮਹਿਮਾ ਅਸੀਂ ਕਰਨੀ ਹੈ ਗੁਰਮੁਖ ਪਿਆਰਿਓ, ਪਰ ਅਸੀਂ ਉਸ ਮਹਿਮਾ ਤੱਕ ਸੀਮਤ ਨਹੀਂ ਰਹਿ ਜਾਣਾ। ਮੈਂ ਬੇਨਤੀ ਕਰ ਰਿਹਾ ਸੀ, ਅਸੀਂ ਮੰਜ਼ਿਲ ਤੇ ਜਾਣਾ ਹੈ, ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਸੀਂ ਦੇਹਾਂ ਤੱਕ, ਸਰੀਰਾਂ ਤੱਕ, ਆਕਾਰਾਂ ਤੱਕ ਸੀਮਤ ਨਹੀਂ ਰਹਿਣਾ। ਅਸੀਂ ਗੁਰੂਆਂ ਦੇ ਗੁਰਪੁਰਬ, ਗੁਰੂਆਂ ਦੇ ਦਿਹਾੜੇ, ਗੁਰੂਆਂ ਦਾ ਉਪਦੇਸ਼, ਗੁਰੂਆਂ ਦੀ ਮਰਿਆਦਾ ਆਪੋ ਆਪਣੀ ਨਹੀਂ, ਸਾਡੇ ਸਾਧੂਆਂ ਦੀ ਆਹ ਮਰਜ਼ਾਦਾ, ਸਥਾਨ ਦੀ ਆਹ ਮਰਿਆਦਾ, ਸਾਡੀ ਆਹ ਮਰਿਆਦਾ, ਗੁਰੂ ਦੀ ਮਰਿਆਦਾ। ਸਾਡੇ ਸਾਧੂ ਸੰਤਾਂ ਆ ਕਿਹਾ, ਗੁਰੂਆਂ ਨੇ ਕੀ ਕਿਹਾ ਸਾਨੂੰ, ਗੁਰੂਆਂ ਦਾ ਉਪਦੇਸ਼। ਸੋ ਮੈਂ ਬੇਨਤੀ ਕਰਾਂ, ਕੇਵਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੱਕ ਹੀ ਸੀਮਤ ਨਾ ਰਹਿ ਜਾਵੇ ਤੇ ਅਸੀਂ ਗੁਰਮੁਖ ਪਿਆਰਿਓ ਇਸ ਗੱਲ ਤੋਂ ਉਲਝਦੇ ਜਾਏ। ਜਿੰਨੇ ਸਾਧੂ ਸੰਤ ਮਹਾਤਮਾ ਪ੍ਰਚਾਰਕ ਨੇ, ਉਹ ਗੁਰੂਆਂ ਦੇ ਗੁਰਪੁਰਬ, ਭਗਤਾਂ ਦੇ ਦਿਹਾੜੇ, ਗੁਰਸਿੱਖਾਂ ਦੇ, ਕੁਰਬਾਨੀਆਂ ਵਾਲਿਆਂ ਦੇ ਇਸ ਪਾਸੇ ਧਿਆਨ ਦੇਣਾ। ਸਾਨੂੰ ਉਦਮ ਉਪਰਾਲੇ ਕਰਨ ਦੀ ਲੋੜ ਹੈ। ਗੁਰੂ ਘਰਾਂ ਦਾ ਪ੍ਰਬੰਧ ਸੁਚੱਜਾ ਹੋਵੇ, ਸੁਚੱਜੇ ਪ੍ਰਬੰਧਾਂ ਲਈ ਸੁਚੱਜੇ ਪ੍ਰਬੰਧਕ ਚੁਣ ਕੇ ਲਿਆਂਦੇ ਜਾਣ। ਕਿਉਂਕਿ ਜਿੱਦਾਂ ਇਲੈਕਸ਼ਨ ਸਿਸਟਮ ਹੈ ਜੋ ਇਤਿਹਾਸਕ ਗੁਰਦੁਆਰਿਆਂ ਦਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, तो हर गुरसिख अपना पार्टिसिपेट करे। मैं बेनती करूँगा, चंगे प्रबंधक होणगे, चंगा प्रबंध होवेगा
ਤੇ ਗੁਰਮੁਖ ਪਿਆਰਿਓ ਸਾਡਾ ਵੀ ਸਹਿਯੋਗ ਕਿ ਅਸੀਂ ਆਪਣਾ ਗੁਰਸਿੱਖ ਨੁਮਾਇੰਦਾ ਚੁਣ ਕੇ ਸੋ ਜਿੱਥੇ ਜਿੱਥੇ ਵੀ ਇਲੈਕਸ਼ਨ ਸਿਸਟਮ ਹੈ, ਵੈਸੇ ਸਿਲੈਕਸ਼ਨ ਸਿਸਟਮ ਗੁਰੂ ਘਰ ਦੇ ਅੰਦਰ ਹੈ, ਪਰ ਖਿਆਲ ਕਰਨਾ ਜੋ ਇਲੈਕਸ਼ਨ ਸਿਸਟਮ ਦੇ ਵਿੱਚ ਪਏ ਆ, ਇਸ ਕਰਕੇ ਬੇਨਤੀ ਹੈ ਕਿ ਅਸੀਂ ਇਸ ਪਾਸੇ ਵੀ ਧਿਆਨ ਦੇਣਾ। ਹਰ ਜਗ੍ਹਾ ਜਿੱਥੇ ਵੀ ਇਲੈਕਸ਼ਨ, ਚਾਹੇ ਉਹ ਸ਼੍ਰੋਮਣੀ ਕਮੇਟੀ ਹੈ, ਦਿੱਲੀ ਕਮੇਟੀ, ਹਰਿਆਣਾ ਕਮੇਟੀ, ਹਰ ਸਿੱਖ ਆ ਯੋਗ ਸਿੱਖ ਆਪਣਾ ਪਾਰਟਿਸਿਪੇਟ ਕਰਨ ਵਾਸਤੇ ਆਪਣੀ ਵੋਟ ਬਣਾਏ, ਵੋਟ ਦਾ ਇਸਤੇਮਾਲ ਕਰੇ। ਜਿਵੇਂ ਅਸੀਂ ਦੇਸ਼ ਦੀਆਂ ਸਰਕਾਰਾਂ ਜਾਂ ਸਟੇਟ ਦੀਆਂ ਸਰਕਾਰਾਂ ਬਣਾਉਣ ਲਈ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਾਂ, ਇਸੇ ਤਰ੍ਹਾਂ ਜਿਵੇਂ ਹੁਣ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦਾ ਆਗਾਜ਼ ਹੋ ਰਿਹਾ, ਹਰਿਆਣਾ ਕਮੇਟੀ ਦੀਆਂ ਵੋਟਾਂ ਬਣ ਰਹੀਆਂ ਨੇ, 1.5 ਮਹੀਨੇ ਦੇ ਕਰੀਬ ਹੋ ਚੱਲਿਆ। ਜੋ ਵੀ ਯੋਗਤਾ ਰੱਖਣ ਵਾਲੇ ਆ, ਮੈਂ ਦੇਖ ਰਿਹਾ ਬਹੁਤ ਸਾਰੇ ਜਿਹੜੇ ਯੋਗ ਨੇ ਉਹ ਵੀ ਵੋਟਾਂ ਬਣਾ ਰਹੇ, ਜਿਹੜੇ ਗੁਰੂ ਘਰ ਨੂੰ ਨਹੀਂ ਮੰਨਦੇ, ਡੇਰਿਆਂ ਦੇ ਪੈਰੋਕਾਰ ਹੈ, ਗੁਰੂ ਘਰ ਨਾਲ ਸੰਬੰਧ ਨਹੀਂ, ਉਹ ਵੀ ਵੋਟਾਂ ਬਣਾ ਰਹੇ। ਜਦੋਂ ਇਹੋ ਜਿਹੇ ਲੋਕ ਵੋਟਾਂ ਬਣਾਉਣਗੇ ਉਹ ਪ੍ਰਬੰਧਕ ਕੈਸੇ ਚੁਣਨਗੇ? ਸੋ ਇਸ ਵਾਸਤੇ ਸਾਨੂੰ ਇੱਧਰ ਵੀ ਖਿਆਲ ਕਰਨਾ ਚਾਹੀਦਾ ਆਪੋ ਆਪਣੇ ਨਗਰਾਂ ਦੇ ਅੰਦਰ ਕਿ ਯੋਗ ਵਿਅਕਤੀ ਕੋਈ ਰਹੇ ਨਾ। ਜਿਹੜੇ ਅੱਜ ਕਈ ਗੁਰਮੁਖ ਪਿਆਰਿਓ ਯੋਗਤਾ ਨਹੀਂ ਰੱਖਦੇ, ਦਾੜਾ ਕੇਸ ਨਹੀਂ ਆ, ਉਹ ਕੰਪਿਊਟਰ ਦੇ ਉੱਤੋਂ ਐਡੀਟਿੰਗ ਕਰਾ ਕੇ ਫੋਟੋਆਂ ਲਾ ਰਹੇ ਨੇ, ਪੱਗ ਕੰਪਿਊਟਰ ਦੇ ਨਾਲ ਬੰਨ ਲਓ, ਦਾੜਾ ਦੇ ਥੋੜੇ ਜਿਹੇ ਵਾਲ ਵਧਾ ਲਓ। ਨਹੀਂ, ਗੁਰਸਿੱਖ ਬਣੋ, ਦਾੜੇ ਪ੍ਰਕਾਸ਼, ਕੇਸ ਗੁਰੂ ਕੀ ਮੋਹਰ ਹੈ। ਗੁਰੂ ਨੇ ਕਿਹਾ ਕੇਸ ਸਲਾਮਤ ਰੱਖੋ, ਕੇਸਾਂ ਨੂੰ ਕੱਟਣਾ ਨਹੀਂ, ਘਸਾਉਣਾ ਨਹੀਂ, ਰੰਗਣਾ ਨਹੀਂ ਹੈ, ਡਾਈ ਨਹੀਂ ਕਰਨਾ, ਕੇਸਾਂ ਨੂੰ ਜੋ ਵਾਹਿਗੁਰੂ ਦੇ ਦਿੱਤੇ ਹੋਏ ਉਸੇ ਤਰ੍ਹਾਂ। 10ਵੇਂ ਪਾਤਸ਼ਾਹ ਦੇ ਸ੍ਰੀ ਮੁਖ ਵਾਕ ਵੀ ਕਰਦ ਰੂ ਸ਼ਿਆ ਫਾਮ, ਸ਼ਿਆ ਨਹੀਂ ਕਰਨਾ, ਕਾਲੇ ਨਹੀਂ ਕਰਨਾ, ਇਹਨਾਂ ਨੂੰ ਨਾ ਕੱਟਣਾ, ਗੁਰੂ ਦੀ ਮੋਹਰ ਆ। ਤੇ ਗੁਰੂ ਦੀ ਮੋਹਰ ਕੇਸਾਂ ਨੂੰ, ਨਾਲੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਦਾ ਜ਼ਿਕਰ ਆਉਂਦਾ। ਸੋ ਅਸੀਂ ਕੇਸਾਂ ਸਵਾਸਾਂ ਸੰਗ ਤਾਂ ਹੀ ਜੇ ਕੇਸ ਸਲਾਮਤ ਹੈ। ਸੋ ਮੈਂ ਬੇਨਤੀ ਕਰੂੰਗਾ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਚੰਗੇ ਪ੍ਰਬੰਧਕ ਚੁਣਨ ਵਾਸਤੇ ਯੋਗ ਵਿਅਕਤੀ ਆਪਣਾ ਜ਼ਰੂਰ ਪਾਰਟਿਸਿਪੇਟ ਕਰਨ, ਵੋਟਾਂ ਬਣਾਉਣ। ਜਿਹੜੇ ਯੋਗ ਨਹੀਂ ਆ ਉਹਨਾਂ ਦੀਆਂ ਵੋਟਾਂ ਨਾ, ਖਾਸ ਕਰ ਫਾਰਮਾਂ ਦੇ ਵਿੱਚ ਹੀ ਐਸਾ ਹੋਵੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ 10 ਪਾਤਸ਼ਾਹੀਆਂ ਨੂੰ ਗੁਰੂ ਮੰਨਦਾ, ਮੈਂ ਹੋਰ ਕਿਸੇ ਨੂੰ ਗੁਰੂ ਨਹੀਂ ਮੰਨਦਾ, ਫਿਰ ਕੋਈ ਕਿਸੇ ਹੋਰ ਨੂੰ ਗੁਰੂ ਮੰਨਣ ਵਾਲਾ ਵੋਟ ਨਹੀਂ ਬਣਾ ਸਕੇਗਾ। ਇਸ ਪਾਸੇ ਵੀ ਸਾਨੂੰ ਧਿਆਨ ਦੇਣ ਦੀ ਲੋੜ। ਚੰਗੀਆਂ ਗੁਰਸਿੱਖਾਂ ਦੀਆਂ ਪ੍ਰਬੰਧਕ ਕਮੇਟੀਆਂ, ਚੰਗੇ ਗੁਰਪੁਰਬ ਗੁਰਸਿੱਖਾਂ ਦੇ ਮਨਾਏ ਜਾਣ, ਗੁਰੂਆਂ ਦੇ ਸਿਧਾਂਤ ਉਪਦੇਸ਼ਾਂ 'ਤੇ ਪਹਿਰਾ ਦਿੱਤਾ ਜਾਵੇ। ਇਹੀ ਮੇਰੀਆਂ ਬੇਨਤੀਆਂ ਨੇ। ਗੁਰੂ ਦਾ ਉਪਦੇਸ਼ ਹੈ ਕਿ ਗੁਰੂ ਦੇ ਉਪਦੇਸ਼ਾਂ ਨਾਲ, ਗੁਰੂ ਦੇ ਸੰਦੇਸ਼ਾਂ ਨਾਲ ਜੁੜ ਕੇ ਅਸੀਂ ਆਪਣਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਕਰਨਾ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਬਖਸ਼ਣਯੋਗ ਹੈ। ਬਖਸ਼ ਲੈਣਾ। ਬਾਲਾ ਪ੍ਰੀਤਮ ਸਤਿਗੁਰ ਦੇ ਦਰ ਤੇ ਹਾਜ਼ਰੀ ਭਰੀ, ਨਦੀ ਨਾਮ ਸੰਜੋਗੀ ਮੇਲੇ। ਫਿਰ ਜਦੋਂ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਦਿਦਾਰੇ ਕਰਾਂਗੇ। ਇੱਕ ਦਿਨ ਦੀ ਹਾਜ਼ਰੀ ਗੁਰਦੁਆਰਾ ਬੰਗਲਾ ਸਾਹਿਬ ਅੱਜ ਤੁਹਾਡੇ ਚਰਨਾਂ 'ਚ ਭਰੀ ਹੈ। ਕੱਲ੍ਹ ਦੀ ਹਾਜ਼ਰੀ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਕ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰਕੇ ਆਪਣੀ ਸੇਵਾ ਆਪ ਲੈ ਲੈਣ। ਆਓ ਸਾਰੇ ਸਤਿਗੁਰਾਂ ਨੂੰ ਸੀਸ ਝੁਕਾ ਕੇ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।